ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੈ ਅਮਰ ਹੋਏ ਸੋਈ। ਮਰਨ ਮੁਨਸਾ ਸੂਰਿਆ ਹਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸੇਈ ਆਗੇ ਆਖੀਐ, ਦਰਗਹਿ ਭਾਵੇਂ ਸਾਚੀ ਮਾਣੋ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਪੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਉ। ਮਨ ਭੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸ਼ਾਹੋ। ਪੋਖ ਤੁਖਾਰ ਨ ਵਿਆਪਈ, ਕੰਠ ਮਿਲਿਆ ਹਰ ਨਾਉ। ਮਨ ਭੇਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸ਼ਾਹੋ। ਓਟ ਗੋਬਿੰਦ ਗੋਪਾਲ ਰਾਏ, ਸੇਵਾ ਸੁਆਮੀ ਲਾਹੋ। ਵਿਖਿਆ ਪੋਹ ਨਾ ਸਕਈ, ਮਿਲ ਸਾਧੂ ਗੁਣ ਗਾਓ। ਜਹ ਤੇ ਉਪਜੀ ਤਹ ਮਿਲੀ, ਸੱਚੀ ਪ੍ਰੀਤ ਸਮਾਹੋ। ਕਰ ਗੈ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆਓ। ਬਾਰ ਜਾਓ ਲਖ ਬੇਰੀਆ, ਹਰ ਸੱਜਣ ਅਗਮ ਅਗਾਓ। ਸ਼ਰਮ ਪਈ ਨਾਰਾਇਣ, ਨਾਨਕ ਦਰ ਪਈ ਆਹੋ। ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਓ। ਪੋਖ ਸੁਹੰਦਾ ਸਰਬ ਸੁਖ, ਜਿਸ ਬਖਸ਼ੇ ਵੇ ਪਰਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਗੋਦ ਵਿੱਚ ਸਜ ਬੈਠੀ ਸਨਮਾਨਯੋਗ ਸਾਧ ਸੰਗਤ। ਸੋ ਅੱਜ ਅਸੀਂ ਰਲ ਮਿਲ ਕੇ ਸੰਗਤ ਰੂਪ ਦੇ ਵਿੱਚ ਸਟਾਕਟਨ ਦੀਆਂ ਸਮੁੱਚੀਆਂ ਸੰਗਤਾਂ ਦੇ ਵੱਲੋਂ ਔਰ ਜਿੱਥੇ ਕਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਉਹ ਇਹਨਾਂ ਮਹਾਨ ਸੂਰਬੀਰ ਯੋਧਿਆਂ ਦੀ ਯਾਦ ਨੂੰ, ਸਾਕਾ ਚਮਕੌਰ ਸਾਹਿਬ ਜੀ ਦੇ ਸਮੂਹਕ ਸ਼ਹੀਦਾਂ ਦੀ ਯਾਦ ਨੂੰ ਇਹਨਾਂ ਸਮਾਗਮਾਂ ਦੇ ਵਿੱਚ ਆਪੋ ਆਪਣਾ ਤਨ ਮਨ ਧਨ ਦੇ ਦੁਆਰਾ ਯਥਾ ਯੋਗ ਸਭ ਯੋਗਦਾਨ ਪਾਉਂਦੇ ਹਨ। ਸੋ ਆਓ ਜੋ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ 12 ਮਹਾਨਾਮ ਦੀ ਬਾਣੀ ਆਪਾਂ ਲਗਭਗ ਸਾਰਿਆਂ ਨੂੰ ਯਾਦ ਚੇਤੇ ਹੈ। ਸਤਿਗੁਰਾਂ ਨੇ ਇਸ ਪਾਵਨ ਬਾਣੀ ਦੇ ਵਿੱਚ 12 ਪੌੜੀਆਂ ਦੇ ਦੁਆਰਾ ਗੁਰੂ ਪਿਤਾ ਜੀ ਨੇ 12 ਮਹੀਨਿਆਂ ਦਾ ਜ਼ਿਕਰ ਕਰਕੇ ਉਦਾਹਰਨਾਂ ਬਾਹਰੋਂ ਲੈ ਕੇ ਤੇ ਗੱਲ ਅੰਦਰ ਦੀ ਕਰਦੇ ਆ ਰਹੇ ਨੇ। ਪੌੜੀਆਂ ਗਿਣਤੀ ਦੇ ਵਿੱਚ 14 ਨੇ, ਪਰ ਜਿਹੜੀਆਂ ਮਹੀਨੇ ਦੀਆਂ ਪੌੜੀਆਂ ਨੇ ਜੇ ਉਹਨੂੰ ਗਿਣੀਏ ਤੇ ਉਹ 12 ਬਣਦੇ ਨੇ। ਪਹਿਲੀ ਪੌੜੀ ਮੰਗਲਾਚਰਨ ਰੂਪ ਦੇ ਵਿੱਚ ਹੈ, ਅਖੀਰਲੀ ਸਾਰੀ ਬਾਣੀ ਦਾ ਸਾਰੰਸ ਭਾਵ ਨਿਚੋੜ ਹੈ। ਤੇ ਜਿਹੜੀਆਂ ਵਿਚਾਲੇ 12 ਪੌੜੀਆਂ ਨੇ ਉਹਦੇ ਵਿੱਚ ਸਤਿਗੁਰਾਂ ਨੇ ਇੱਕ ਇੱਕ ਮਹੀਨੇ ਦੀ ਉਦਾਹਰਨ ਲਈ ਹੈ। ਜਿੱਦਾਂ ਕੱਤੇ ਦਾ ਮਹੀਨਾ ਤੇ ਮੱਘਰ ਦਾ ਮਹੀਨਾ ਤੇ ਇਹ ਪੋਹ ਦਾ ਮਹੀਨਾ, ਲਗਭਗ ਇਹ 3 ਮਹੀਨੇ ਨੇ ਜਿਹੜੇ ਅੱਤ ਦੀ ਠੰਡ ਹੁੰਦੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਪਹਿਲੋਂ ਸ਼ਬਦ ਦਾ ਆਧਾਰ ਬਣਾਵਾਂ, ਕਿਉਂਕਿ ਜਿਸ ਵਕਤ ਆਪਾਂ ਸ਼ਬਦ ਦੀ ਕਥਾ ਅਖੀਰ ਵਿੱਚ ਕਰਦੇ ਹਾਂ ਤੇ ਸੰਗਤ ਉਦੋਂ ਫਿਰ ਉੱਠਣੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਓ ਪੋਹ ਦੇ ਮਹੀਨੇ ਦੇ ਦੁਆਰਾ
ਜੋ ਗੁਰੂ ਪਿਤਾ ਜੀ ਕਿਰਪਾ ਕਰ ਰਹੇ ਨੇ। ਸਾਰੀ ਸੰਗਤ ਨੇ ਇਕਾਗਰਤਾ ਬਣਾਉਣੀ, ਭਾਵੇਂ ਤੁਸੀਂ ਲੰਗਰ ਵਿੱਚ ਸੇਵਾ ਕਰਦੇ ਆ, ਪ੍ਰਸ਼ਾਦਾ ਛਕਦੇ ਆ, ਕਿੱਥੇ ਵੀ ਜਿੱਥੇ ਕਿੱਥੇ ਵੀ ਸਜੇ ਹੋ, ਆਪਣੀ ਇਕਾਗਰਤਾ ਗੁਰੂ ਦੇ ਸ਼ਬਦ ਦੇ ਵੱਲ ਕੋਸ਼ਿਸ਼ ਕਰਿਓ ਬਣਾਉਣ ਦੀ। ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੋਖ ਤੁਖਾਰ ਨਾ ਵਿਆਪਾਈ, ਕੰਠ ਮਿਲਿਆ ਹਰ ਨਾਉ। ਪੋਖ ਤੁਖਾਰ, ਤੁਖਾਰ ਦੇ ਅਰਥ ਨੇ ਅੱਤ ਦਾ ਕੱਕਰ, ਅੱਤ ਦੀ ਬਰਫ਼, ਅੱਤ ਦਾ ਕੋਰਾ। ਵੇਖੋ, ਜੇ ਅੱਤ ਦੀ ਬਰਫ਼, ਅੱਤ ਦਾ ਕੋਰਾ, ਅੱਤ ਦੀ ਠੰਡ, ਸਰਦੀ ਪੈਂਦੀ ਹੋਵੇ ਨਾ, ਤਾਂ ਇਹ ਮਨੁੱਖ ਜਿੰਨੀ ਜ਼ਿਆਦਾ ਠੰਡ ਹੋਵੇਗੀ ਓਨਾ ਜ਼ਿਆਦਾ ਆਲਸੀ ਹੋਵੇਗਾ। ਠੰਡ ਦੇ ਵਿੱਚ ਬੰਦੇ ਦਾ ਰਜਾਈਆਂ ਕੰਬਲ ਛੱਡਣ ਨੂੰ ਜੀ ਨਹੀਂ ਕਰਦਾ। ਠੰਡ ਦੇ ਵਿੱਚ ਬੰਦੇ ਦੇ ਹੱਡ ਪੈਰ ਹੱਥ ਲਗਭਗ ਉਹ ਇੱਕ ਜੁੜੇ ਜੁੜੇ ਮਹਿਸੂਸ ਕਰਦਾ ਹੈ। ਕੋਈ ਕੰਮ ਕਰਨਾ ਵੀ ਹੋਵੇ ਤੇ ਫਿਰ ਕਹਿੰਦਾ ਛੱਡੋ ਪਰਾਂ। ਮੇਰੇ ਸਤਿਗੁਰਾਂ ਨੇ ਉਦਾਹਰਨ ਬਾਹਰੋਂ ਲੈ ਕੇ ਗੱਲ ਅੰਦਰ ਦੀ ਕਰਨਗੇ। ਸਤਿਗੁਰੂ ਜੀ ਕਹਿੰਦੇ ਜਿਵੇਂ ਪੋਹ ਦੇ ਮਹੀਨੇ ਦੇ ਵਿੱਚ ਅੱਤ ਦਾ ਕੱਕਰ ਬਰਫ਼ ਠੰਡ ਪੈਂਦੀ ਹੈ, ਅੱਤ ਦਾ ਕੋਰਾ ਪੈਂਦਾ ਹੈ। ਜਿਵੇਂ ਜ਼ਿਆਦਾ ਕੋਰਾ ਠੰਡ ਪਵੇ ਬੰਦੇ ਨੂੰ, ਉਹ ਵੀ ਆਲਸੀ ਬਣਾ ਦਿੰਦੀ ਹੈ। ਪਰ ਜੇ ਬਹੁਤ ਜ਼ਿਆਦਾ ਗਰਮੀ ਪਵੇ ਤਾਂ ਗਰਮੀ ਵੀ ਬੰਦੇ ਦੇ ਮਨ ਨੂੰ ਤੇ ਤਨ ਨੂੰ ਤਪਾ ਕੇ ਰੱਖ ਦਿੰਦੀ ਹੈ। ਬਹੁਤੀ ਗਰਮੀ ਵੀ ਹੋਵੇ ਤੇ ਬੰਦਾ ਕਹਿੰਦਾ ਛੱਡੋ ਕੰਮ ਧੰਦਾ ਕੀ ਕਰਨਾ ਹੈ। ਤੇ ਮੇਰੇ ਸਤਿਗੁਰਾਂ ਨੇ ਇੱਥੇ ਇਸ ਮਹੀਨੇ ਵਿੱਚ ਗਰਮੀ ਦੀਆਂ, ਸਰਦੀ ਦੀਆਂ ਉਦਾਹਰਨਾਂ, ਇਹ ਤਜ਼ੀਬ ਦੇ ਕੇ ਇਹ ਇਸ਼ਾਰਾ ਕੀਤਾ ਹੈ ਕਿ ਤੇਰੇ ਤਨ ਦੇ ਵਿੱਚ ਵੀ ਇਹੋ ਕੁਝ ਚੱਲਦਾ ਪਿਆ ਹੈ। ਜਿਹੜਾ ਤਨ ਹੈ ਇਹ ਵੀ ਸਰਦੀ ਤੇ ਗਰਮੀ ਨੂੰ ਮਹਿਸੂਸ ਕਰਦਾ ਹੈ। ਬਨਸਪਤੀ ਵੀ ਮਹਿਸੂਸ ਕਰਦੀ ਹੈ। ਬਹੁਤ ਜ਼ਿਆਦਾ ਠੰਡ ਪੈ ਰਹੀ ਹੈ। ਵੇਖੋ, ਫੁੱਲ ਪੌਦੇ, ਬਨਸਪਤੀ, ਪੱਤੇ ਸਾਰੇ ਝੜ ਗਏ ਨੇ, ਬਿਲਕੁਲ ਉਹ ਸਾਫ਼ ਹੋ ਗਏ ਨੇ, ਕਿਉਂਕਿ ਠੰਡ ਨੇ, ਕੋਰੇ ਨੇ ਉਹਨਾਂ ਨੂੰ ਬਿਲਕੁਲ ਸੁਕਾ ਦਿੱਤਾ ਹੈ। ਤੇ ਜੇ ਬਹੁਤ ਜ਼ਿਆਦਾ ਗਰਮੀ ਹੋਵੇ ਤਾਂ ਤੁਸੀਂ ਵੇਖੋ, ਪਹਾੜਾਂ ਦੇ ਉੱਪਰ ਜਿੰਨਾ ਵੀ ਘਾਹ ਹੁੰਦਾ ਹੈ ਤਾਂ ਉਹ ਘਾਹ ਵੀ ਬਹੁਤੀ ਗਰਮੀ ਨਾਲ ਸੁੱਕ ਜਾਂਦਾ ਹੈ ਤੇ ਬਹੁਤੀ ਠੰਡ ਨਾਲ ਵੀ ਸੁੱਕ ਜਾਂਦਾ ਹੈ। ਪਰ ਮੇਰੇ ਸਤਿਗੁਰੂ ਜੀ ਕਹਿਣਾ ਕੀ ਚਾਹੁੰਦੇ ਨੇ? ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਬਿਲਕੁਲ ਇੱਦਾਂ ਹੀ ਜਿਵੇਂ ਸਰਦੀ ਤੇ ਗਰਮੀ ਦੇ ਵਿੱਚ ਘਾਹ ਆਦਿਕ ਸੁੱਕ ਜਾਂਦਾ ਹੈ, ਬਾਹਰਲੀ ਬਨਸਪਤੀ ਕੁਮਲਾ ਜਾਂਦੀ ਹੈ। ਜਿਵੇਂ ਸਰਦੀ ਤੇ ਗਰਮੀ ਬਹੁਤ ਜ਼ਿਆਦਾ ਨਹੀਂ ਨਾ ਚੰਗੀ ਲੱਗਦੀ ਬਨਸਪਤੀ ਨੂੰ, ਇਸੇ ਤਰ੍ਹਾਂ ਬੰਦਿਆਂ, ਜੇ ਤੇਰੇ ਮਨ ਵਿੱਚ, ਜੇ ਤੇਰੇ ਹਿਰਦੇ ਵਿੱਚ ਬਹੁਤ ਜ਼ਿਆਦਾ ਕੋਰਾਪਨ ਹੈ, ਆਪਾਂ ਕਹਿੰਦੇ ਨਹੀਂ ਕਈ ਦਫਾ ਫਲਾਨਾ ਬੰਦਾ ਤੇ ਬਹੁਤ ਕੋਰਾ ਹੈ, ਤੇ ਜੇ ਬਾਹਰ ਕੋਰਾ ਬਨਸਪਤੀ ਨੂੰ ਨਹੀਂ ਚੰਗਾ ਲੱਗਦਾ, ਪਰ ਜੇ ਕੋਈ ਬੰਦਾ ਮਨ ਕਰਕੇ ਬਹੁਤ ਜ਼ਿਆਦਾ ਕੋਰਾ ਹੈ, ਤੁਹਾਨੂੰ ਲੋੜ ਪੈਂਦੀ ਹੈ ਤੇ ਇੱਕਦਮ ਉਹ ਤੁਹਾਨੂੰ ਲਾ ਕੇ ਸੁੱਟ ਦਿੰਦਾ ਹੈ। ਪਰ ਜਦੋਂ ਉਹਨੂੰ ਲੋੜ ਪੈਂਦੀ ਹੈ ਤੇ ਉਹ ਲਿਫ ਜਾਂਦਾ ਹੈ, ਝੁਕ ਜਾਂਦਾ ਹੈ ਤੁਹਾਡੇ ਅੱਗੇ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਜਿਵੇਂ ਬਹੁਤੀ ਸਰਦੀ ਬਨਸਪਤੀ ਦੇ ਉੱਪਰ ਵੀ ਗਰਮੀ ਸਰਦੀ ਦਾ ਪ੍ਰਭਾਵ ਪੈਂਦਾ ਹੈ, ਇਸੇ ਤਰ੍ਹਾਂ ਮਨੁੱਖੀ ਮਨ ਦੇ ਉੱਪਰ ਵੀ ਇਸ ਗੱਲ ਦਾ ਪ੍ਰਭਾਵ ਪੈਂਦਾ ਹੈ। ਬਹੁਤੀ ਠੰਡ ਹੋਵੇ ਫਿਰ ਵੀ ਇਹ ਬੰਦਾ ਆਲਸੀ ਹੈ। ਜੇ ਅੰਦਰ ਕੋਰਾਪਨ ਹੋਵੇ ਤਾਂ ਉਹ ਕੋਰਾਪਨ ਕਿਸੇ ਨੂੰ ਚੰਗਾ ਨਹੀਂ ਲੱਗਦਾ। ਪਰ ਜੇ ਅੰਦਰ ਬੰਦੇ ਦੇ ਹਿਰਦੇ ਵਿੱਚ ਕ੍ਰੋਧ, ਹੰਕਾਰ ਹੋਵੇ, ਅੱਤ ਦਾ ਕ੍ਰੋਧ ਹੋਵੇ, ਅੱਤ ਦਾ ਹੰਕਾਰੀ ਹੋਵੇ, ਤਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਬੰਦੇ ਨੂੰ, ਆਪ ਨੂੰ ਵੀ ਤਪਾ ਕੇ ਰੱਖ ਦੇਗਾ ਤੇ ਦੂਜਿਆਂ ਨੂੰ ਜਿਹੜੇ ਬੋਲੇਗਾ ਤੇ ਉਹ ਸੁਣਨ ਵਾਲਾ ਵੀ ਕਹਿੰਦੇ ਤਪ ਜਾਣਾ ਹੈ। ਪਰ ਮੇਰੇ ਸਤਿਗੁਰਾਂ ਨੇ ਆਹ ਦੋ ਗੱਲਾਂ ਕਰਕੇ ਫਿਰ ਗੱਲ ਕੀਤੀ ਹੈ ਪਰਮਾਤਮਾ ਦੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪੋਖ ਤੁਖਾਰ ਨਾ ਵਿਆਪਈ। ਜੇ ਇਹਨਾਂ ਸ਼ਬਦਾਂ ਦੀ ਵਿਆਖਿਆ ਜੇ ਕੀਤੀ ਹੈ ਨਾ, ਜਿਹਨੂੰ ਆਪਾਂ ਕਹਿੰਦੇ ਪ੍ਰੈਕਟੀਕਲੀ ਜੀਵਨ, ਬੰਦਾ ਗੱਲ ਕਰ ਦਿੰਦਾ ਹੈ ਪਰ ਉਹਦੇ ਜੀਵਨ ਦੇ ਵਿੱਚੋਂ ਪੂਰਾ ਖਰਾ ਨਹੀਂ ਉਤਰਦਾ। ਮੈਂ ਵੀ ਕਰ ਦਿਆਂਗਾ, ਤੁਸੀਂ ਵੀ ਸੁਣ ਲੋਗੇ। ਸੁਣਨਾ ਤੇ ਗੱਲ ਕਰਨੀ ਸੌਖੀ ਹੈ, ਪਰ ਉਹਦੇ ਉੱਪਰ ਖਰਾ ਉਤਰਨਾ ਇਹ ਕਿਸੇ ਵਿਰਲੇ ਦੇ ਹਿੱਸੇ ਆਇਆ। ਜੇ ਸਾਹਿਬਜ਼ਾਦਿਆਂ ਨੇ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਤੇ ਧੰਨ ਬਾਬਾ ਫਤਿਹ ਸਿੰਘ ਜੀ, ਗੁਰੂ ਸਾਹਿਬ ਜੀ ਦੇ ਸਾਰੇ ਪਰਿਵਾਰ ਨੇ ਜੇ ਇਸ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਕੱਲਾ ਵਸਾਇਆ ਹੀ ਨਹੀਂ, ਉਹਨਾਂ ਨੇ ਇਸ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਤਨ ਤੇ ਹੰਢਾਇਆ ਵੀ ਹੈ।
ਜਿਵੇਂ ਪੋਹ ਦਾ ਮਹੀਨਾ ਚੱਲ ਰਿਹਾ ਹੈ, ਤੁਸੀਂ ਵੇਖਦੇ ਹੋ ਕਿ ਲੋਕ ਰਜਾਈਆਂ ਵਿੱਚ ਬਹਿ ਜਾਂਦੇ ਨੇ, ਆਪਣੇ ਨਿਆਣਿਆਂ ਨੂੰ ਬਾਹਰ ਨਹੀਂ ਜਾਣ ਦਿੰਦੇ। ਪਰ ਇਸ ਪੋਹ ਦੇ ਮਹੀਨੇ ਵਿੱਚ ਮੇਰੇ ਗੁਰੂ ਨੇ ਇਹ ਸਾਬਤ ਕਰ ਦਿੱਤਾ ਕਿ ਜੇ ਬੰਦਿਆਂ ਤੇਰੇ ਹਿਰਦੇ ਰੂਪ ਘਰ ਵਿੱਚ ਪਰਮਾਤਮਾ ਦਾ ਨਾਮ ਹੋਵੇ, ਜੇ ਉਹਦੀ ਯਾਦ ਹੋਵੇ ਨਾ, ਤਾਂ ਬਾਹਰਲਾ ਕੱਕਰ ਬਰਫ਼ ਜਿੰਨੀ ਮਰਜ਼ੀ ਪੈਂਦੀ ਹੋਵੇ ਤੈਨੂੰ ਉਹ ਵਿਆਪ ਨਹੀਂ ਸਕਦੀ, ਭਾਵ ਉਹ ਤੇਰਾ ਕੁਝ ਵਿਗਾੜ ਨਹੀਂ ਸਕਦੀ, ਜੇ ਅੰਦਰ ਜਨੂਨ ਹੋਵੇ। ਬੇਨਤੀ ਕਰਾਂ, ਕਈ ਦਫਾ ਆਪਾਂ ਕਹਿੰਦੇ ਵੀ ਲੋਕ ਜਜ਼ਬਾਤੀ ਹੋ ਜਾਂਦੇ ਨੇ। ਇੱਕ ਗੱਲ ਤੁਸੀਂ ਆਪਣੇ ਜ਼ਿਹਨ ਵਿੱਚ ਰੱਖਿਓ, ਕਦੀ ਵੀ ਜਜ਼ਬਾਤਾਂ ਤੋਂ ਬਿਨਾਂ ਤੇ ਭਾਵਕਾਂ ਤੋਂ ਬਿਨਾਂ ਕਦੀ ਕੁਰਬਾਨੀ ਨਹੀਂ ਹੁੰਦੀ। ਜਿਹੜੇ ਅੱਜ ਕਿਸਾਨ ਬੈਠੇ ਨੇ, ਜਜ਼ਬਾਤ ਨੇ ਅੰਦਰ, ਤੇ ਤਾਂ ਹੀ ਉਹ ਠੰਡ ਵਿੱਚ ਬੈਠੇ ਨੇ। ਇਸੇ ਤਰ੍ਹਾਂ ਜਿੰਨਾ ਚਿਰ ਕੋਈ ਬੰਦਾ ਜਜ਼ਬਾਤੀ ਨਹੀਂ ਨਾ ਹੁੰਦਾ, ਉਹਨਾਂ ਚਿਰ ਬੰਦਾ ਉਹ ਕੌਮ ਦੀ ਤੇ ਪੰਥ ਦੀ ਗੱਲ ਕਰ ਵੀ ਨਹੀਂ ਸਕਦਾ। ਜੇ ਆਪਾਂ ਸਤਵੰਤ ਸਿੰਘ ਤੇ ਬੇਅੰਤ ਸਿੰਘ ਦੀ ਗੱਲ ਕਰੀਏ, ਜੇ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਖੰਡਰ ਦੇ ਰੂਪ ਦੇ ਵਿੱਚ ਵੇਖਿਆ ਹੋਵੇਗਾ ਤੇ ਉਹ ਜਜ਼ਬਾਤੀ ਹੋਏ ਤੇ ਕੁਰਬਾਨੀ ਕਰਨ ਵਾਸਤੇ ਤੁਰੇ। ਪਰ ਜੇ ਉਹ ਜਜ਼ਬਾਤੀ ਨਾ ਹੁੰਦੇ ਤੇ ਕੁਰਬਾਨੀ ਆਪਾਂ ਕਿੱਦਾਂ ਕਰ ਦਿਆਂਗੇ? ਆਲਸੀ ਬੰਦੇ, ਦਲਿਦਰੀ ਬੰਦੇ ਕਦੀ ਵੀ ਜਜ਼ਬਾਤੀ ਨਹੀਂ ਹੁੰਦੇ। ਪਰ ਜਿਨ੍ਹਾਂ ਦੇ ਅੰਦਰ ਜਜ਼ਬਾਤ ਹੈ, ਉਹਦੇ ਨਾਲ ਭਾਵਨਾ ਦਾ ਪੈਦਾ ਹੋਣਾ ਵੀ ਜ਼ਰੂਰੀ। ਇੱਕ ਗੱਲ ਮੈਂ ਕਰਦੇ ਹਾਂ, ਤੁਸੀਂ ਵੇਖਦੇ ਪਏ ਹੋ ਕਿ ਰਕਾਬਗੰਜ ਗੁਰਦੁਆਰੇ ਕੱਲ੍ਹ ਹੀ ਸਾਡੀ ਕੌਮ ਨੇ, ਸਾਡੇ ਕੁਝ ਨੁਮਾਇੰਦਿਆਂ ਨੇ ਕਿਵੇਂ ਉੱਥੇ ਦੇਸ਼ ਦਾ ਮੰਤਰੀ ਆਇਆ, ਉਹਨੂੰ ਸਰੋਪੇ ਵੀ ਦਿੱਤੇ। ਸੋਸ਼ਲ ਮੀਡੀਆ ਤੁਸੀਂ ਵੇਖਦੇ ਹੋ, ਸਰੋਪੇ ਵੀ ਦਿੱਤੇ, ਉਹਦੇ ਨਾਲ ਸੈਲਫੀਆਂ ਵੀ ਖਿਚਾਈਆਂ। ਤੇ ਮੈਂ ਤਾਂ ਬੇਨਤੀ ਕਰ ਰਿਹਾ ਕਿ ਵੇਖੋ ਉਹ ਕੀ ਕਰ ਰਹੇ ਨੇ ਤੇ ਆਪਾਂ ਕਿਹੜੇ ਬੰਨੇ ਤੁਰੇ ਆ। ਇੱਥੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹਾ। ਕਹਿੰਦੇ ਉਹਨਾਂ ਨੂੰ ਪੋਹ ਦੇ ਮਹੀਨੇ ਦੀ ਠੰਡ, ਕੱਕਰ, ਬਰਫ਼ ਨਹੀਂ ਵਿਆਪਦੀ, ਜਿਨ੍ਹਾਂ ਦੇ ਹਿਰਦੇ ਰੂਪ ਗਲੇ ਦੇ ਵਿੱਚ ਪਰਮਾਤਮਾ ਦੀ ਬੰਦਗੀ ਹੈ। 19 ਦਸੰਬਰ 1704 ਨੂੰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਹੈ ਉਹ ਛੱਡਿਆ। ਪਰ ਮਾਹੌਲ ਪਹਿਲੋਂ ਕਿੱਦਾਂ ਦਾ ਬਣਿਆ? ਕਿਉਂਕਿ ਜਿਹੜੇ 22 ਧਾਰ ਦੇ ਹਿੰਦੂ ਰਾਜੇ ਨੇ, ਜਿਹੜੇ ਪਹਾੜੀ ਰਾਜੇ ਨੇ, ਜਿਨ੍ਹਾਂ ਦੇ ਦਾਦੇ ਪੜਦਾਦਿਆਂ ਨੂੰ ਕਦੀ ਮੀਰੀ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ ਸੀ, ਤੇ ਅੱਜ ਉਹਨਾਂ ਦੀ ਜਿਹੜੀ ਅੰਸ਼ ਬੰਸ ਹੈ ਉਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਾਨ ਦੀ ਦੁਸ਼ਮਣ ਬਣੀ। ਸਤਿਗੁਰਾਂ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਪਹਿਲੋਂ ਕਿੰਨਾ ਚਿਰ ਉੱਥੇ ਲਗਭਗ 7-8 ਮਹੀਨਿਆਂ ਦਾ ਲੰਮਾ ਸਮਾਂ ਨਾ ਤੇ ਰਾਸ਼ਨ ਕੋਈ ਬਾਹਰੋਂ ਆਉਂਦਾ ਸੀ ਤੇ ਨਾ ਹੀ ਕੋਈ ਅੰਦਰਲਾ ਬਾਹਰ ਜਾ ਸਕਦਾ ਸੀ। ਭੁੱਖੇ ਧਿਆਏ ਲੰਮਾ ਪੰਧ ਰਿਹਾ। ਅਖੀਰ ਕਹਿੰਦੇ ਸੂਬਾ ਸਰਹੰਦ ਵਜੀਦ ਖਾਨ ਨੂੰ ਔਰੰਗਜ਼ੇਬ ਨੇ ਇਹ ਗੱਲ ਕਹੀ ਕਿ ਜਾਂ ਤਾਂ ਤੁਸੀਂ ਇਹਨਾਂ ਦੀ ਈਨ ਮਨਾ ਲਓ, ਇਹਨਾਂ ਨੂੰ ਲਾਲਚ ਦਿਓ, ਕੋਈ ਲੋਭ ਦਿਓ, ਇਹ ਆਨੰਦਪੁਰ ਦਾ ਕਿਲਾ ਛੱਡ ਦੇਣ, ਖਾਲੀ ਕਰ ਦੇਣ, ਈਨ ਮੰਨ ਲੈਣ, ਇਹਨਾਂ ਨੂੰ ਕਹੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਕਹਿੰਦੇ ਜਦੋਂ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਤੱਕ ਗੱਲ ਪਹੁੰਚਦੀ ਹੈ, ਕਈਆਂ ਨੇ ਬੈਠ ਕੇ ਸਲਾਹ ਮਸ਼ਵਰਾ ਵੀ ਕੀਤਾ ਗਿਆ। ਅਖੀਰ ਕਹਿੰਦੇ ਇੰਨੇ ਲੰਮੇ ਪੰਧ ਤੋਂ ਬਾਅਦ ਮਾਤਾ ਗੁਜਰੀ ਜੀ ਦੇ ਕੋਲ ਗੱਲ ਜਾਂਦੀ ਹੈ। ਕਲਗੀਧਰ ਦਸ਼ਮੇਸ਼ ਪਿਤਾ ਨੂੰ ਆਖਿਆ ਜਾਂਦਾ ਹੈ ਕਿ ਇਹ ਕਿਲਾ ਆਪਾਂ ਛੱਡ ਦਈਏ। ਸਤਿਗੁਰੂ ਜੀ ਕਹਿਣ ਲੱਗੇ, ਤੁਸੀਂ ਇਹਨਾਂ ਲੋਭੀਆਂ ਤੇ ਲਾਲਚੀ ਬੰਦਿਆਂ ਦੇ ਬਾਰੇ ਜਾਣਦੇ ਨਹੀਂ, ਤੁਸੀਂ ਰੋਜ਼ ਬਾਣੀ ਪੜਨ ਵਾਲੇ ਹੋ, ਗੁਰੂ ਕੇ ਸਿੱਖੋ ਕਿ ਸਤਿਗੁਰੂ ਕਹਿੰਦੇ ਲੋਭੀ ਕਾ ਵਿਸਾਨ ਨਾ ਕੀਜੈ, ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਤੋ ਹੈ ਜਿੱਥੈ ਹੱਥ ਨਾ ਪਾਏ। ਲੋਭੀ ਬੰਦੇ ਦਾ ਕਦੀ ਵੀ ਭੁੱਲ ਕੇ ਵਿਸਾ ਯਕੀਨ ਨਾ ਕਰਿਓ। ਅਖੀਰ ਕਹਿੰਦੇ ਜਦੋਂ ਕੁਝ ਕੁ ਸਿੰਘ ਬੇਨਤੀ ਕਰਦੇ ਨੇ, ਪਾਤਸ਼ਾਹ ਕਹਿੰਦੇ ਕਿਤੇ ਤੁਹਾਡੇ ਮਨ ਦੇ ਵਿੱਚ ਇਹ ਗੱਲ ਰਹਿ ਨਾ ਜਾਵੇ ਕਿ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਅਰਜ਼ ਕੀਤੀ ਤੇ ਗੁਰੂ ਨੇ ਦੱਸਿਆ ਨਹੀਂ। ਸਤਿਗੁਰਾਂ ਨੇ ਕਹਿ ਦਿੱਤਾ ਵੀ ਇਹਨਾਂ ਲੋਕਾਂ ਦੇ ਮਨਾਂ ਵਿੱਚ ਇੰਨਾ ਕੁ ਲੋਭ ਹੈ, ਤੁਸੀਂ ਕਿਲਾ ਖਾਲੀ ਕਰਕੇ ਅਜੇ ਦਰਵਾਜ਼ੇ ਤੋਂ ਬਾਹਰ ਜਾਓਗੇ, ਇਹਨਾਂ ਦੀਆਂ ਫੌਜਾਂ ਨੇ ਤੁਹਾਡੇ ਉੱਪਰ ਹਮਲਾ ਕਰ ਦੇਣਾ, ਹਮਲਾਵਰ ਹੋ ਕੇ ਤੁਹਾਨੂੰ ਸਾਰਿਆਂ ਨੂੰ ਇਹਨਾਂ ਨੇ ਖਤਮ ਕਰ ਦੇਣਾ ਹੈ। ਉਹ ਕਹਿਣ ਲੱਗੇ ਸਤਿਗੁਰੂ ਜੀ ਇਹ ਆਟੇ ਦੀ ਗਊ ਬਣਾ ਕੇ ਲਿਆਏ ਨੇ, ਇਹ ਕੁਰਾਨ ਸ਼ਰੀਫ ਦੀਆਂ ਕਸਮਾਂ ਤੱਕ ਖਾਂਦੇ ਨੇ। ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿੰਦੇ ਗਊ ਤਾਂ ਇੱਕ ਜਾਨਵਰ ਹੈ, ਉਹਨੂੰ ਕੀ ਪਤਾ ਮੇਰੀ ਕਸਮ ਖਾਓ ਤੇ ਭਾਵੇਂ ਨਾ ਖਾਓ। ਇਹ ਜਿਹੜੇ ਕੁਰਾਨ ਤੇ ਆਟੇ ਦੀਆਂ ਕਸਮਾਂ ਖਾਣ ਵਾਲੇ ਨੇ, ਇਹਨਾਂ ਦੇ ਪਿੱਛੇ ਲੋਭ ਤੇ ਲਾਲਚ ਛੁਪਿਆ ਹੈ। ਧਰਮ ਦੀ ਇਹਨਾਂ ਨੇ ਕੇਵਲ ਮੁਖ ਤੋਂ ਗੱਲ ਕੀਤੀ ਹੈ, ਪਰ ਅੰਦਰ ਇਹਨਾਂ ਦੇ ਤੁਹਾਨੂੰ ਮਾਰਨ ਵਾਲੀ ਬਿਰਤੀ ਛੁਪੀ ਹੈ।
ਇਤਿਹਾਸ ਕਹਿੰਦਾ ਕਲਗੀਧਰ ਦਸ਼ਮੇਸ਼ ਪਿਤਾ ਨੇ ਉਹਨਾਂ ਸਿੰਘਾਂ ਨੂੰ ਯਕੀਨ ਦਿਵਾਉਣ ਵਾਸਤੇ ਵੀ ਤੁਸੀਂ ਇਹਨਾਂ ਦੇ ਲੋਭ ਲਾਲਚ ਤੱਕ ਲਓ। ਕਹਿੰਦੇ ਨੇ ਸਤਿਗੁਰਾਂ ਨੇ ਕਿਲਾ ਛੱਡਣ ਤੋਂ ਪਹਿਲੋਂ ਪਾਤਸ਼ਾਹ ਕਹਿੰਦੇ ਮੈਂ ਤੁਹਾਨੂੰ ਇਹ ਅਹਿਸਾਸ ਕਰਵਾ ਦਿੰਦਾ ਕਿ ਇਹਨਾਂ ਲੋਕਾਂ ਦੇ ਮਨ ਖਲੋਤੇ ਕਿੱਥੇ ਨੇ। ਇਤਿਹਾਸ ਕਹਿੰਦਾ ਵੀ ਸਤਿਗੁਰਾਂ ਨੇ ਕੁਝ ਖੱਚਰਾਂ ਦੇ ਉੱਪਰ ਕੁਝ ਜਿਹੜਾ ਟੁੱਟਿਆ ਪੁਰਾਣਾ ਸਮਾਨ ਸੀ, ਜੋੜੇ ਜੁੱਤੀਆਂ ਸੀ, ਜੋ ਕੁਝ ਵੀ ਗੰਦ ਪਿੱਲ ਸੀ, ਉਹ ਬੋਰੀਆਂ ਦੇ ਵਿੱਚ ਪਾ ਕੇ ਉਹਨਾਂ ਖੱਚਰਾਂ ਦੇ ਉੱਪਰ ਲੱਦ ਦਿੱਤਾ ਗਿਆ ਤੇ ਕੁਝ ਇੱਕ ਸਿੰਘ ਨਾਲ ਭੇਜ ਦਿੱਤੇ ਗਏ। ਤੇ ਜਿਉਂ ਹੀ ਉਹਨਾਂ ਮੁਗਲਾਂ ਨੇ ਜਿਹੜੇ ਤਾਕ ਲਾ ਕੇ ਬੈਠੇ ਸੀ ਵੇਖਿਆ ਵੀ ਸ਼ਾਇਦ ਦਰਵਾਜ਼ਾ ਖੁੱਲ ਚੁੱਕਿਆ ਹੈ। ਜਦੋਂ ਥੋੜੀ ਦੂਰ ਗਏ ਸੂਬਾ ਸਰਹੰਦ ਵਜੀਦ ਖਾਂ ਤੇ ਭੀਮ ਚੰਦ, ਇਹ ਸਾਰੇ ਕੇਸਰੀ ਚੰਦ ਵਰਗੇ, ਹੰਡੂਰੀਏ ਵਰਗੇ ਜਿੰਨੇ ਰਾਜੇ ਸਨ, ਉਹ ਕਹਿੰਦੇ ਉਹ ਗੁਰੂ ਨੇ ਕਿਲਾ ਖਾਲੀ ਕਰ ਦਿੱਤਾ ਤੇ ਉਹ ਚੱਲਿਆ ਗੁਰੂ ਦਾ ਪਰਿਵਾਰ। ਇਤਿਹਾਸ ਕਹਿੰਦਾ ਉਹਨਾਂ ਨੇ ਨਾਲ ਦੀ ਨਾਲ ਉੱਪਰ ਹਮਲਾ ਕਰ ਦਿੱਤਾ। ਜਿਹੜੇ ਸਿੰਘ ਸਨ ਉਹਨਾਂ ਨੇ ਥੋੜਾ ਬਹੁਤਾ ਯੁੱਧ ਕੀਤਾ, ਕੁਝ ਸ਼ਹੀਦ ਹੋਏ, ਕੁਝ ਵਾਪਸ ਪਰਤ ਆਏ। ਪਰ ਜਦੋਂ ਉਹਨਾਂ ਨੇ ਉਹਨਾਂ ਖੱਚਰਾਂ ਦੇ ਉੱਪਰੋਂ ਬੋਰੀਆਂ ਚੁੱਕੀਆਂ ਆਪਣੇ ਤੰਬੂਆਂ ਦੇ ਵਿੱਚ ਜਦੋਂ ਲੈ ਕੇ ਗਏ, ਉਹਨਾਂ ਸੋਚਿਆ ਵੀ ਇਹਦੇ ਵਿੱਚ ਮਾਲ ਧਨ ਦੌਲਤ ਮੋਹਰਾਂ ਹੋਣਗੀਆਂ। ਤੇ ਜਦੋਂ ਬੋਰੀਆਂ ਖੋਲੀਆਂ ਤੇ ਵਿੱਚੋਂ ਟੁੱਟੇ ਛਿੱਤਰ ਨਿਕਲੇ, ਵਿੱਚੋਂ ਗੰਦ ਪਿੱਲ ਨਿਕਲਿਆ, ਬੜੇ ਬੇਸ਼ਰਮ ਹੋਏ, ਬੜੀ ਉਹਨਾਂ ਨੂੰ ਸ਼ਰਮ ਮਹਿਸੂਸ ਹੋਈ ਤੇ ਕੁਝ ਕੁ ਦਿਨ ਕਹਿੰਦੇ ਚੁੱਪਚਾਪ ਬੈਠੇ ਰਹੇ। ਅਖੀਰ ਫਿਰ ਕਲਗੀਧਰ ਦਸ਼ਮੇਸ਼ ਪਿਤਾ ਨੂੰ ਕਹਿੰਦੇ ਸਤਿਗੁਰੂ ਜੀ ਇਹਨਾਂ ਨੇ ਜਾਣੇ ਅਣਜਾਣੇ ਦੇ ਵਿੱਚ ਇਹ ਸਾਰੀ ਹਰਕਤ ਕਰ ਦਿੱਤੀ ਹੈ, ਅਸੀਂ ਤੁਹਾਨੂੰ ਫਿਰ ਹੱਥ ਜੋੜ ਕੇ ਕਹਿੰਦੇ ਆ, ਕਿਉਂਕਿ ਦਿੱਲੀ ਦੇ ਉੱਪਰੋਂ ਬਾਰ-ਬਾਰ ਔਰੰਗਜ਼ੇਬ ਦਾ ਹੁਕਮ ਆ ਰਿਹਾ ਸੀ ਕਿ ਸਾਡੇ ਵਾਸਤੇ ਬਹੁਤ ਹੇਠੀ ਹੈ, ਸਾਡੀ ਇਹਦੇ ਵਿੱਚ ਬਹੁਤ ਵੱਡੀ ਬਦਨਾਮੀ ਹੈ ਕਿ ਇੱਕ ਗੁਰੂ ਕਿਲਾ ਨਾ ਛੱਡੇ ਤੇ ਦਿੱਲੀ ਦੀ ਸਰਕਾਰ ਕਹਿੰਦੇ ਉਹਨੂੰ ਆਪਣੇ ਅੱਗੇ ਝੁਕਾ ਨਾ ਸਕੇ। ਅਖੀਰ ਕਹਿੰਦੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ, ਗਊ ਦੀਆਂ ਆਟੇ ਦੀ ਬਣਾ ਕੇ ਕਸਮ ਖਾਂਦੇ ਰਹੇ। ਪਰ ਸਤਿਗੁਰਾਂ ਨੇ ਨਾਲ ਦੇ ਸਾਥੀਆਂ ਨੂੰ ਆਖਿਆ ਵੇਖ ਲਓ, ਜੇ ਤੁਸੀਂ ਇਹਨਾਂ ਦੀ ਜਗ੍ਹਾ ਹੁੰਦੇ ਤੇ ਇਹਨਾਂ ਨੇ ਤੁਹਾਡੇ ਉੱਪਰ ਹਮਲਾ ਕਰਕੇ ਸਭ ਕੁਝ ਤੁਹਾਡਾ ਲੁੱਟ ਲੈਣਾ ਸੀ। ਮੈਂ ਤੁਹਾਨੂੰ ਦੱਸ ਦਿੱਤਾ ਕਿ ਇਹਨਾਂ ਜ਼ਾਲਮ ਲੋਕਾਂ ਦੇ ਮਨ, ਇਹਨਾਂ ਲੋਕਾਂ ਦੇ ਦਿਲ ਖਲੋਤੇ ਕਿੱਥੇ ਨੇ। ਕਹਿੰਦੇ ਕੁਝ ਸਮਾਂ ਬਤੀਤ ਹੁੰਦਾ ਹੈ, ਅਖੀਰ ਫਿਰ ਸਿੰਘ ਬਾਰ-ਬਾਰ ਬੇਨਤੀ ਕਰਦੇ ਨੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੰਘੋ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦਾ ਹੈ ਹੋ ਕੇ ਤੇ ਉਹ ਹੀ ਰਹਿਣਾ ਹੈ, ਕਿਉਂਕਿ ਜਿਹੜਾ ਗੁਰੂ ਬਾਣੀ ਵਿੱਚ ਪਹਿਲੇ ਜਾਮੇ ਵਿੱਚ ਜਪ ਬਾਣੀ ਆਪਾਂ ਪੜ੍ਹਦੇ ਹਾਂ, ਜੋ ਤੁਧ ਭਾਵੇਂ ਸਾਈ ਭਲੀ ਕਾਰ, ਤੂੰ ਸਦਾ ਸਲਾਮਤ, ਨਿਰੰਕਾਰ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਇਤਿਹਾਸ ਵੀ ਤੇ ਇੱਕ ਬਣਨਾ ਸੀ। ਮਾਨੋ ਸਤਿਗੁਰੂ ਕਿਲਾ ਨਾ ਛੱਡਦੇ, ਸਤਿਗੁਰੂ ਸੱਚੇ ਪਾਤਸ਼ਾਹ ਕਿਲਾ ਖਾਲੀ ਨਾ ਕਰਦੇ, ਬੱਚੇ ਨਾ ਸ਼ਹੀਦ ਹੁੰਦੇ, ਸਿੰਘ ਨਾ ਸ਼ਹੀਦੀਆਂ ਪਾਉਂਦੇ ਤੇ ਅੱਜ ਸਾਡੀ ਕੌਮ ਨੇ ਕਿਹਦੇ ਆਸਰੇ ਜਜ਼ਬਾਤੀ ਹੋਣਾ ਸੀ। ਇਤਿਹਾਸ ਦੀ ਗੱਲ ਕਿੱਦਾਂ ਕਰਦੇ, ਇਹ ਸਾਰੀ ਮੇਰੇ ਮਾਲਕ ਨੇ ਇੱਕ ਵਿਧੀ ਬਣਾਈ। ਇਤਿਹਾਸ ਕਹਿੰਦਾ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਪਹਿਲੋਂ ਅਰਜ਼ ਕੀਤੀ ਹੈ ਕਿ 19 ਦਸੰਬਰ 1704 ਨੂੰ ਸ਼ਾਮ ਦਾ ਵਕਤ ਸੀ, ਮੇਰੇ ਸਤਿਗੁਰਾਂ ਨੇ ਕਿਲਾ ਫਿਰ ਛੱਡ ਦਿੱਤਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ 5 ਪਿਆਰੇ, 4 ਸਾਹਿਬਜ਼ਾਦੇ, ਮਾਤਾ ਸਾਹਿਬ ਕੌਰ ਜੀ ਤੇ ਮਾਤਾ ਗੁਜਰ ਕੌਰ ਜੀ, ਮਾਤਾ ਸੁੰਦਰੀ ਜੀ, ਇਹ ਸਾਰੇ ਸਿੰਘ ਕਹਿੰਦੇ ਪਹਿਲਾਂ ਉੱਥੋਂ ਨਿਕਲੇ ਨੇ। ਤੇ ਜਿਉਂ ਹੀ ਸਰਸਾ ਦੇ ਕਿਨਾਰੇ ਜਾਂਦੇ ਨੇ ਤਾਂ ਵੇਖੋ ਇਹ ਉੱਪਰੋਂ ਬਾਰਿਸ਼ ਹੋ ਰਹੀ ਹੈ, ਪੋਹ ਦਾ ਮਹੀਨਾ ਹੈ, ਉੱਪਰੋਂ ਬਾਰਿਸ਼ ਹੋ ਰਹੀ ਹੈ। ਅੱਜ ਜਿਹੜੀ ਸਰਸਾ ਕਲੈਣੀ ਹੈ, ਜਿਹੜੀ ਪਹਿਲਾਂ ਬਿਲਕੁਲ ਖਾਲੀ ਤੇ ਸ਼ਾਂਤ ਹੁੰਦੀ ਸੀ, ਅੱਜ ਵੇਖੋ ਕੁਦਰਤ ਨੇ, ਉਸ ਮਾਲਕ ਨੇ ਕਸਵੱਟੀ ਕੀ ਲਾਈ ਕਿ ਪਿੱਛੋਂ ਦੁਸ਼ਮਣ ਚੜ ਕੇ ਆ ਰਿਹਾ ਹੈ, ਅੱਗੋਂ ਵੀ ਸਰਸਾ ਚੜ ਕੇ ਆ ਰਹੀ ਹੈ ਤੇ ਪਿੱਛੋਂ ਵੀ ਸਰਸਾ। 4 ਛਪੇਰੇ ਇੰਜ ਕਹਿੰਦੋ ਜ਼ੁਲਮ ਨੇ ਕਹਿੰਦੇ ਆਪਣੇ ਵੱਲੋਂ ਪੂਰਾ ਹਨੇਰ ਠਾ ਦਿੱਤਾ। ਤੇ ਜਿਉਂ ਹੀ ਸਰਸਾ ਦੇ ਕਿਨਾਰੇ ਪਹੁੰਚਦੇ ਹਨ, ਇਧਰੋਂ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਤੇ ਭਾਈ ਮਨੀ ਸਿੰਘ ਜੀ ਦੇ ਨਾਲ ਇਹਨਾਂ ਨੂੰ ਕਲਗੀਧਰ ਦਸ਼ਮੇਸ਼ ਪਿਤਾ ਜੀ ਹਰਿਦੁਆਰ ਤੇ ਇਧਰ ਦਿੱਲੀ ਦੇ ਵੱਲ ਤੋਰ ਦਿੰਦੇ ਨੇ। ਇਤਿਹਾਸ ਤੁਸੀਂ ਪੜ੍ਹਦੇ ਹੋ, ਰੋਜ਼ ਸੁਣਦੇ ਹੋ। ਮਾਤਾ ਗੁਜਰ ਕੌਰ ਜੀ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ, ਇਹ ਜਦੋਂ ਸਰਸਾ ਦੇ ਕਿਨਾਰੇ ਕਲਗੀਧਰ ਦਸ਼ਮੇਸ਼ ਪਿਤਾ, ਇਹ ਗੱਲ ਵੱਖਰੀ ਹੈ। ਚਲੋ ਇਤਿਹਾਸਕ ਤੌਰ ਤੇ ਆਪਾਂ ਕਹਿੰਦੇ ਆ ਵੀ ਵਿਛੋੜਾ ਪੈ ਗਿਆ, ਮੈਨੂੰ ਇਉਂ ਲੱਗਦਾ ਵੀ ਵਿਛੋੜਾ ਨਹੀਂ ਪਿਆ। ਇਹ ਮੇਰੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਨੇ ਤੇ ਮਾਤਾ ਗੁਜਰੀ ਜੀ ਦੀਆਂ ਇਹ ਕੋਈ ਅੰਦਰੂਨੀ ਭਾਵਨਾ, ਆਉਣ ਵਾਲੇ ਸਮੇਂ ਦੀ ਇੱਕ ਭਾਵਨਾ ਇਹ ਸੀ ਕਿ ਮਾਤਾ ਗੁਜਰੀ ਜੀ ਛੋਟਿਆਂ ਨੂੰ, ਛੋਟੇ ਲਾਲਾਂ ਨੂੰ ਪੋਤਰਿਆਂ ਨੂੰ ਤੂੰ ਤੋਰੀ
ਤੇ ਵੱਡਿਆਂ ਨੂੰ ਕਹਿੰਦੇ ਚਮਕੌਰ ਦੀ ਗੜੀ ਵਿੱਚੋਂ ਮੈਂ ਤੋਰਾਂਗਾ। ਮੇਰੇ ਖਿਆਲ 'ਚ ਗੱਲ ਵਿਛੋੜੇ ਦੀ ਤਾਂ ਬੋਲਣ ਵਿੱਚ ਤਾਂ ਠੀਕ ਹੈ, ਪਰ ਗੁਰੂ ਨੇ ਸਾਰੀ ਵਿਧੀ ਪਹਿਲਾਂ ਹੀ ਬਣਾਈ ਹੋਈ ਸੀ। ਨਹੀਂ ਤੇ ਸਤਿਗੁਰੂ ਚਾਹੁੰਦੇ ਜਿੱਥੇ ਵੱਡੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਜਾ ਰਹੇ ਨੇ ਕਿ ਸਤਿਗੁਰੂ ਜੀ ਛੋਟੇ ਲਾਲਾ ਨੂੰ ਨਾਲ ਨਹੀਂ ਸੀ ਲਿਜਾ ਸਕਦੇ। ਉਹਨਾਂ ਦਾ ਕਿਹੜਾ ਬੋਝ ਸੀ, ਕਿਹੜਾ ਕੋਈ ਭਾਰ ਲੱਗ ਰਿਹਾ ਸੀ। ਸਤਿਗੁਰੂ ਚਾਹੁੰਦੇ ਤੇ ਲਿਜਾ ਸਕਦੇ ਸਨ, ਪਰ ਨਹੀਂ, ਉਹਨਾਂ ਦੀ ਡਿਊਟੀ ਲਾਈ, ਤੂੰ ਛੋਟਿਆਂ ਨੂੰ ਤੋਰੀ, ਮੈਂ ਵੱਡਿਆਂ ਨੂੰ ਤੋਰਾਂਗਾ ਮੌਤ ਨੂੰ ਵਿਆਹੁਣ ਦੇ ਵਾਸਤੇ। ਇਤਿਹਾਸ ਇਹ ਕਹਿੰਦਾ ਪਹਿਲੀ ਰਾਤ ਹੈ ਨਾ ਜਿਹੜੀ ਮਾਤਾ ਗੁਜਰੀ ਜੀ ਨੇ ਦੋਵੇਂ ਸਾਹਿਬਜ਼ਾਦਿਆਂ ਨੇ, ਉਹ ਕਹਿੰਦੇ ਕੁੰਮੇ ਮਾਸਕੀ ਦੀ ਝੁੱਗੀ ਆ, ਅੱਜ ਵੀ ਉੱਥੇ ਅਸਥਾਨ ਬਣਿਆ, ਉੱਥੇ ਰਾਤ ਕੱਟੀ ਤੇ ਉਹਦੀ ਰਾਤ ਵਿੱਚ ਉੱਥੇ ਕੁਝ ਸਮਾਂ ਬਤੀਤ ਕੀਤਾ। ਉਹਦੇ ਘਰ ਦੇ ਵਿੱਚ ਜੋ ਕੁਝ ਵੀ ਰੁੱਖਾ ਮਿੱਸਾ ਸੀ, ਉਹਨੇ ਜਦੋਂ ਝੁੱਗੀ ਦਾ ਜਿਹੜਾ ਲੱਗਿਆ ਦਰਵਾਜ਼ਾ ਕੀ ਸੀ, ਕਾਨੇ ਆਦਿਕ ਝੁੱਗੀਆਂ ਨੂੰ ਲੱਗੇ ਹੁੰਦੇ ਨੇ, ਉਹਦੇ ਜਦੋਂ ਖੋਲ੍ਹਿਆ ਉਹਨੇ ਤੱਕਿਆਂ ਸਾਹਮਣੇ ਮਾਤਾ ਗੁਜਰੀ ਜੀ, ਦੋਵੇਂ ਸਾਹਿਬਜ਼ਾਦੇ, ਕਲਗੀਧਰ ਦਸ਼ਮੇਸ਼ ਪਿਤਾ ਦੇ ਲਾਲ ਬੜਾ ਖੁਸ਼ ਹੋਇਆ ਤੇ ਅੰਦਰੂਨੀ ਤੌਰ ਤੇ ਵਿਰਾਗ ਵੀ ਹੋਇਆ ਕਿ ਆਹ ਕੀ ਬਿਪਤਾ ਦੇ ਝੱਖੜ ਝੁੱਲ ਗਏ ਨੇ। ਮਖਮਲੀ ਸੇਜਾਂ ਦੇ ਉੱਪਰ ਸੌਣ ਵਾਲੇ, ਪੈਰਾਂ ਦੇ ਵਿੱਚ ਸੋਹਣੇ ਮੋਜੇ ਜੁੱਤੀਆਂ ਪਾਉਣ ਵਾਲੇ, ਅੱਜ ਇਹਨਾਂ ਦੇ ਪੈਰ ਚਰਨ ਵੀ ਨੰਗੇ ਨੇ ਤੇ ਬਾਰਿਸ਼ ਠੰਡ ਪਾਣੀ ਦੇ ਨਾਲ ਠਰੂ ਠਰੂ ਕਰ ਰਹੇ ਨੇ। ਇਤਿਹਾਸ ਇਹ ਕਹਿੰਦਾ ਉਹਦਾ ਮਨ ਭਰ ਆਇਆ, ਜੋ ਕੁਝ ਉਹਦੇ ਕੋਲ ਸੀ ਰੁੱਖਾ ਮਿੱਸਾ ਉਹਨੇ ਖਵਾ ਦਿੱਤਾ ਹੈ। ਇਤਿਹਾਸ ਕਹਿੰਦਾ ਫਿਰ ਇੱਥੇ ਹੀ ਆ ਕੇ ਫਿਰ ਗੰਗੂ ਬ੍ਰਾਹਮਣ ਮਿਲਦਾ ਹੈ। ਆਖਰ ਚਿੱਤ ਨੂੰ ਸੀ ਹਾਰ ਬੈਠਾ, ਵਿੱਚ ਛੱਟ ਦੇ ਵੇਖ ਕੇ ਮਾਲ ਗੰਗੂ, ਤੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ, ਐ ਪਰ ਨਿਕਲਿਆ ਬੜਾ ਚੰਡਾਲ ਗੰਗੂ, ਭਾਵੇਂ ਕੁੱਲ ਬਹੁਤ ਉੱਚੀ ਸੀ। ਕਿਉਂਕਿ ਕੁੱਲ ਨਹੀਂ ਮਹਿਨਾ ਰੱਖਦੀ ਵੀ ਕੁੱਲ ਬਹੁਤ ਉੱਚੀ ਹੈ ਜਾਂ ਨਾਮ ਬਹੁਤ ਉੱਚਾ ਹੈ, ਇਹਦੇ ਕੋਲੇ ਧਨ ਬਹੁਤ ਹੈ। ਪਰਖ ਦੀ ਜਿਹੜੀ ਘੜੀ ਹੈ, ਕਸਵੱਟੀ ਤਾਂ ਲੱਗਣੀ ਹੈ, ਇਹਦਾ ਮਨ ਕਿੱਦਾਂ ਦਾ ਹੈ, ਇਹਦੀ ਸੋਚ ਕਿੱਦਾਂ ਦੀ ਹੈ। ਕੁੱਲ ਉੱਚੀ ਸੀ, ਪਰ ਕਹਿੰਦੇ ਆਖਰ ਚਿੱਤ ਨੂੰ ਸੀ ਹਾਰ ਬੈਠਾ, ਪਰ ਕਹਿੰਦੇ ਆਪਣੇ ਮਨੋਂ ਚਿੱਤ ਨੂੰ ਹਾਰ ਗਿਆ। ਕਿਵੇਂ? ਕਹਿੰਦੇ ਵਿੱਚ ਛੱਟ ਦੇ ਵੇਖ ਕੇ ਮਾਲ ਗੰਗੂ, ਕਹਿੰਦੇ ਜਦੋਂ ਵੇਖਿਆ ਕੁਝ ਮਾਲ ਧਨ ਦੌਲਤ ਪਦਾਰਥ ਨੇ ਤਾਂ ਉਹਦਾ ਮਨ ਲੋਭੀ ਹੋ ਗਿਆ। ਲੋਭੀ ਕਾ ਵਿਸਾਹ ਨਾ ਕੀਜੈ, ਜੇ ਕਾ ਪਾਰ ਵਸਾਏ, ਉਹ ਬਚਨ ਇੱਥੇ ਲਾਗੂ ਹੋ ਰਹੇ ਨੇ। ਕਹਿੰਦੇ ਇਹ ਆਪਣੇ ਪਿੰਡ ਖੇੜੀ, ਜਿਹਨੂੰ ਸਿਹੇੜੀ ਵੀ ਕਹਿੰਦੇ ਆ, ਉਸ ਬੰਨੇ ਲੈ ਗਿਆ। ਇਹ ਪ੍ਰਸੰਗ ਆਪਾਂ ਅਗਲੇ ਵੀਕੇ ਇੱਥੋਂ ਸ਼ੁਰੂ ਕਰਾਂਗੇ। ਪਰ ਇੱਥੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਰਸਾ ਦੇ ਕਿਨਾਰੇ, ਵੇਖੋ 19 ਦਸੰਬਰ ਸ਼ਾਮ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ। ਪਹਿਲੀ ਰਾਤ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ 20 ਦਸੰਬਰ ਲਗਭਗ ਸਰਸਾ ਪਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੋਪੜ ਪਹੁੰਚ ਜਾਂਦੇ ਨੇ। 20 ਦਸੰਬਰ ਸਾਰਾ ਦਿਨ ਸਤਿਗੁਰੂ ਜੀ ਇੱਥੇ ਰਹੇ ਤੇ 21 ਦਸੰਬਰ ਸ਼ਾਮਾਂ ਪੈਂਦੀਆਂ ਨੇ। ਕੋਟਲਾ ਨਿਹੰਗ ਖਾਂ ਜਿਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਜਾਨ ਮਾਲ ਦੀ, ਸਾਰਿਆਂ ਸਿੰਘਾਂ ਦੀ ਰਾਖੀ ਕਰਨ ਵਾਸਤੇ ਉਹਨੇ ਆਪਣੇ ਸਿਰ ਧੜ ਦੀ ਬਾਜੀ ਤੱਕ ਲਾ ਦਿੱਤੀ ਗਈ। ਇਤਿਹਾਸ ਕਹਿੰਦਾ ਕਿ ਇਸ ਜੰਗ ਵਿੱਚ ਉਹ ਭਾਈ ਬਚਿੱਤਰ ਸਿੰਘ ਸੂਰਬੀਰ ਯੋਧਾ ਸਰਸਾ ਦੇ ਕਿਨਾਰੇ ਜੰਗ ਕਰਦਿਆਂ ਕਰਦਿਆਂ ਉਹ ਜ਼ਖਮੀ ਹੋ ਗਿਆ ਸੀ। ਅਖੀਰ ਉਹਨੂੰ ਜ਼ਖਮੀ ਨੂੰ ਚੁੱਕ ਕੇ ਕਲਗੀਧਰ ਦਸ਼ਮੇਸ਼ ਪਿਤਾ ਜੀ ਇੱਥੇ ਕੋਟਲਾ ਨਿਹੰਗ ਖਾਂ, ਅੱਜ ਵੀ ਤੁਸੀਂ ਜਾਓ ਉੱਥੇ ਗੁਰਦੁਆਰਾ ਭੱਠਾ ਸਾਹਿਬ ਬਣਿਆ ਹੈ ਤੇ ਅੱਜ ਉਹ ਘੋੜਿਆਂ ਦੇ ਨਿਸ਼ਾਨ, ਜਿਹੜੇ ਟਾਪਾਂ ਦੀਆਂ ਜਿਹੜੇ ਨਿਸ਼ਾਨ ਨੇ ਨਾ ਘੋੜਿਆਂ ਦੇ ਪੈਰਾਂ ਦੇ, ਅੱਜ ਵੀ ਉਸੇ ਤਰ੍ਹਾਂ ਸ਼ਸ਼ੋਭਤ ਨੇ। ਖੈਰ ਬੇਨਤੀ ਕਰਾਂ, ਜਦੋਂ ਸਤਿਗੁਰੂ ਇੱਥੇ ਆਏ ਤੇ ਇਧਰੋਂ ਫਿਰ ਜਿਹੜੀਆਂ ਮੁਗਲ ਫੌਜਾਂ ਸਨ ਉਹ ਵੀ ਸਤਿਗੁਰਾਂ ਦੇ ਪਿੱਛੇ ਵਾਹੋ ਦਾਹੀਆਂ ਭੱਜੀਆਂ ਆ ਰਹੀਆਂ ਨੇ ਤੇ ਉਹਨਾਂ ਨੇ ਆ ਕੇ ਕੋਟਲਾ ਨਿਹੰਗ ਖਾਂ ਉਹਦੇ ਘਰ ਦਾ ਬੂਹਾ ਖੜਕਾਇਆ। ਕਹਿਣ ਲੱਗੇ ਇੱਥੇ ਗੁਰੂ ਤੇ ਗੁਰੂ ਦੇ ਸਿੰਘ ਆਏ ਨੇ। ਉਹ ਕਹਿੰਦਾ ਨਹੀਂ, ਇੱਥੇ ਕੋਈ ਨਹੀਂ ਆਇਆ। ਵੇਖੋ ਝੂਠ ਤੇ ਸੱਚ ਦੋ ਤਰ੍ਹਾਂ ਦਾ ਹੁੰਦਾ ਹੈ। ਜੇ ਤਾਂ ਤੁਹਾਡੇ ਸੱਚ ਬੋਲਣ ਦੇ ਨਾਲ ਕਿਸੇ ਦਾ ਨੁਕਸਾਨ ਹੁੰਦਾ ਹੈ, ਉਹ ਸੱਚ ਨਹੀਂ, ਉਹ ਸੱਚ ਵੀ ਤੁਹਾਡਾ ਝੂਠ ਹੈ। ਪਰ ਜੇ ਤੁਹਾਡੇ ਝੂਠ ਬੋਲਣ ਦੇ ਨਾਲ ਕਿਸੇ ਦਾ ਫਾਇਦਾ ਹੁੰਦਾ ਹੈ, ਕਿਸੇ ਦੀ ਇੱਜ਼ਤ ਬਚ ਜਾਂਦੀ ਹੈ, ਉਹ ਝੂਠ ਝੂਠ ਨਹੀਂ ਹੁੰਦਾ, ਝੂਠ ਵੀ ਸੱਚ ਹੀ ਹੁੰਦਾ ਹੈ। ਉਦਾਹਰਨ ਵਜੋਂ ਕੋਈ ਇੰਜ ਕਹਿ ਲਓ, ਬੱਚੀ ਦੌੜੀ ਜਾ ਰਹੀ ਹੈ, ਉਹਦੇ ਪਿੱਛੇ ਕਈ ਲੋਕ ਉਹਨੂੰ ਮਾਰਨ ਪਕੜਨ ਵਾਸਤੇ ਉਹਦੇ ਪਿੱਛੇ ਪੈ ਗਏ। ਉਹ ਭੱਜ ਕੇ ਤੁਹਾਡੇ ਘਰ ਦੇ ਵਿੱਚ ਉਹਨੇ ਆੜ ਲੈ ਲਈ, ਤੁਹਾਡੇ ਘਰ ਵਿੱਚ ਵੜ ਗਈ। ਪਰ ਜੇ ਹੁਣ ਅੱਗੋਂ ਉਹ ਆ ਕੇ ਗੁੰਡੇ ਤੁਹਾਨੂੰ ਇਹ ਪੁੱਛਣ ਕਿ ਬੱਚੀ ਇੱਧਰ ਆਈ ਹੈ, ਤੁਹਾਡੇ ਘਰੇ ਵੜੀ ਹੈ, ਤੁਸੀਂ ਕਹੋ ਅਸੀਂ ਤਾਂ ਸੱਚ ਬੋਲਦੇ ਹਾਂ, ਆਪਾਂ ਕਹੀਏ ਸਾਡੇ ਘਰ ਹੀ ਹੈ, ਲੈ ਜਾਓ ਫੜ ਕੇ, ਉਹ ਤੁਹਾਡਾ ਸੱਚ ਵੀ ਝੂਠ ਹੀ ਹੈ। ਪਰ ਜੇ ਤੁਸੀਂ ਇਹ ਕਹਿ ਦੋ ਨਹੀਂ ਸਾਡੇ ਘਰ ਕੋਈ ਨਹੀਂ ਆਇਆ, ਤੁਹਾਡੇ ਇਸ ਝੂਠ ਬੋਲਣ ਦੇ ਨਾਲ ਜੇ ਉਹ ਬੱਚੀ ਦੀ ਇੱਜ਼ਤ ਆਬਰੂ ਜਾਨ ਬਚ ਜਾਂਦੀ ਹੈ
ਤਾਂ ਉਹ ਝੂਠ ਤੁਹਾਡਾ ਝੂਠ ਨਹੀਂ, ਝੂਠ ਵੀ ਤੁਹਾਡਾ ਸੱਚ ਹੀ ਹੁੰਦਾ ਹੈ। ਗੱਲ ਇਹ ਨਹੀਂ ਮੈਂ ਸੱਚ ਬੋਲਿਆ ਜਾਂ ਝੂਠ ਬੋਲਿਆ, ਗੱਲ ਇਹ ਹੈ ਕਿ ਸੱਚ ਦੇ ਝੂਠ ਦੇ ਪਿੱਛੇ ਤੁਹਾਡੀ ਭਾਵਨਾ ਕੀ ਹੈ, ਤੁਹਾਡੀ ਬਿਰਤੀ ਕੀ ਹੈ। ਕਹਿੰਦੇ ਜਦੋਂ ਭਾਈ ਬਚਿੱਤਰ ਸਿੰਘ ਕਹਿੰਦੇ ਉਹਨੂੰ ਕੋਟਲਾ ਨਿਹੰਗ ਖਾਂ ਜਿਹੜਾ ਉਹਨੇ ਇੱਕ ਆਪਣੇ ਕਮਰੇ ਵਿੱਚ ਸੁਲਾ ਦਿੱਤਾ। ਕਮਰਾ ਕਿਹੜਾ? ਜਿੱਥੇ ਕਹਿੰਦੇ ਉਹਦੀ ਬੇਟੀ ਸੀ ਮੁਮਤਾਜ਼, ਕਹਿੰਦੇ ਉਸ ਮੁਮਤਾਜ਼ ਦੀ ਮੰਗਣੀ ਹੋ ਚੁੱਕੀ ਸੀ ਪਹਿਲੋਂ, ਕਹਿੰਦੇ ਉਹਦੇ ਵਿੱਚ ਉਹਨੂੰ ਪਾ ਦਿੱਤਾ ਗਿਆ। ਅੱਤ ਦਾ ਜ਼ਖਮੀ ਹੈ ਤੇ ਜਦੋਂ ਮੁਗਲ ਪਠਾਨ ਆ ਕੇ ਦਰਵਾਜ਼ਾ ਖੜਕਾਉਂਦੇ ਨੇ, ਉਹ ਕਹਿੰਦੇ ਆਹ ਦਰਵਾਜ਼ਾ ਚੈੱਕ ਕਰਾਓ, ਇਹਦੇ ਵਿੱਚ ਕੌਣ ਹੈ। ਤੇ ਅੱਗੋਂ ਕਹਿੰਦੇ ਕੋਟਲਾ ਨਿਹੰਗ ਖਾਂ ਕਹਿਣ ਲੱਗਾ, ਇਸ ਕਮਰੇ ਦੇ ਵਿੱਚ ਮੇਰੀ ਧੀ ਤੇ ਮੇਰੇ ਜਵਾਈ ਸੁੱਤੇ ਪਏ ਨੇ। ਤੱਕੋ ਕਦੀ ਉਸ ਸਮੇਂ ਦੇ ਉਹਨਾਂ ਮੁਸਲਮਾਨਾਂ ਦੀ ਤੇ ਸਿੱਖਾਂ ਦੀ ਸੇਵਾ ਇੰਨੀ ਵੱਡੀ ਗੱਲ ਕੋਈ ਬੰਦਾ ਕਹਿ ਸਕਦਾ ਹੈ ਕਿ ਜਦੋਂ ਰਿਸ਼ਤਾ ਵੀ ਕੋਈ ਨਹੀਂ ਤੇ ਇਹ ਕਹਿ ਦੇਣਾ ਕਿ ਇਸ ਕਮਰੇ ਵਿੱਚ ਮੇਰੀ ਧੀ ਤੇ ਜਵਾਈ ਸੁੱਤੇ ਨੇ, ਤੇ ਉਹਦੇ ਅੰਦਰ ਕਿੰਨੀ ਭਾਵਨਾ ਹੋਵੇਗੀ। ਪਰ ਕਹਿੰਦੇ ਉਹਨੇ ਮੁਸਲਮਾਨ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਭਾਵ ਉਸ ਮੁਗਲ ਪਠਾਨ ਨੇ ਉਹ ਚੁੱਪਚਾਪ ਉੱਥੋਂ ਚੱਲਦੇ ਬਣੇ। ਸਵੇਰ ਹੁੰਦੀ ਹੈ ਤਾਂ ਉਸ ਸਮੇਂ ਕਹਿੰਦੇ ਜਿਹੜੀ ਬੱਚੀ ਹੈ ਨਾ ਮੁਮਤਾਜ਼, ਕਹਿੰਦੇ ਜਿਉਂ ਹੀ ਸਵੇਰ ਹੁੰਦੀ ਹੈ ਭਾਈ ਬਚਿੱਤਰ ਸਿੰਘ ਉੱਥੇ ਸ਼ਹੀਦੀ ਪਾ ਜਾਂਦੇ ਨੇ, ਕਿਉਂਕਿ ਬਹੁਤ ਜ਼ਿਆਦਾ ਤਨ ਦੇ ਉੱਪਰ ਜ਼ਖਮ ਤੇ ਬਹੁਤ ਜ਼ਿਆਦਾ ਨਿਸ਼ਾਨ ਲੱਗੇ ਹੋਏ ਸਨ, ਕਿਉਂਕਿ ਦੁਸ਼ਮਣ ਦੇ ਨਾਲ ਜੂਝਦਿਆਂ ਅਖੀਰ ਕਹਿੰਦੇ ਸੂਰਾ ਸੋ ਪਹਿਚਾਨੀ ਹੈ, ਜੋ ਲਰੇ ਦੀਨ ਕੇ ਹੇਤ ਪੁਰਜਾ ਕੱਟ ਮਰੇ, ਕਬੂ ਨਾ ਛਾੜੈ ਖੇਤ। ਖੇਤ ਦੇ ਅਰਥ ਨੇ ਰਣ ਭੂਮੀ, ਭਾਵ ਧਰਮ ਦੇ ਵਾਸਤੇ, ਦੂਜਿਆਂ ਨੂੰ ਬਚਾਉਣ ਦੇ ਵਾਸਤੇ ਆਪਣਾ ਆਪ ਨਿਸ਼ਾਵਰ ਕਰ ਜਾਣਾ ਤੇ ਰਣ ਤੱਤੇ ਵਿੱਚੋਂ ਭੱਜ ਕੇ ਨਾ ਜਾਣਾ, ਉਹਨੂੰ ਸੂਰਮਾ ਕਹਿੰਦੇ ਨੇ। ਅਖੀਰ ਕਹਿੰਦੇ ਜਦੋਂ ਸਵੇਰ ਹੋਈ ਨਾ ਤਾਂ ਉਸ ਸਮੇਂ ਮੁਮਤਾਜ਼ ਕਹਿਣ ਲੱਗੇ, ਕਹਿੰਦੇ ਪਿਤਾ ਜੀ ਤੁਸੀਂ ਜਿਹੜੀ ਗੱਲ ਰਾਤ ਕਹੀ ਹੈ ਨਾ, ਮੈਂ ਉਸੇ ਗੱਲ ਦੇ ਉੱਪਰ ਪਹਿਰਾ ਦੇਣਾ ਹੈ। ਪਿਤਾ ਕਹਿਣ ਲੱਗਿਆ ਮੈਂ ਸਮਝਿਆ ਨਹੀਂ। ਤੇ ਅੱਗੋਂ ਧੀ ਕਹਿੰਦੀ ਪਿਤਾ ਜੀ ਗੱਲ ਐਵੇਂ, ਰਾਤ ਤੁਸੀਂ ਆਖਿਆ ਕਿ ਇਸ ਕਮਰੇ ਵਿੱਚ ਮੇਰੀ ਧੀ ਤੇ ਜਵਾਈ ਸੁੱਤੇ ਨੇ ਤੇ ਬਸ ਤੁਹਾਡੇ ਬੋਲਾਂ ਤੇ ਮੈਂ ਪਹਿਰਾ ਦਿੰਨੀ ਆ, ਮੈਂ ਸ਼ਾਦੀ ਨਹੀਂ ਕਰਾਉਣੀ ਭਾਵੇਂ ਉਹ ਸ਼ਹੀਦੀ ਪਾ ਗਿਆ। ਪਰ ਤੁਸੀਂ ਮੁਖ ਤੋਂ ਜਿਹੜਾ ਬਚਨ ਆਖਿਆ, ਇਤਿਹਾਸ ਇਹ ਕਹਿੰਦਾ ਕਿ ਬੀਬੀ ਮੁਮਤਾਜ਼ ਨੇ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਕਰਾਈ ਤੇ ਅੱਜ ਉਹਦੀ ਯਾਦ ਵਿੱਚ ਉੱਥੇ ਅਸਥਾਨ ਵੀ ਬਣਿਆ ਹੈ ਰੋਪੜ ਜ਼ਿਲ੍ਹੇ ਵਿੱਚ। ਤੇ ਵਿਦਵਾਨ ਕਹਿੰਦੇ ਨੇ, ਕਹਿੰਦੇ ਉਸ ਬੀਬੀ ਨੂੰ ਅੱਜ ਵੀ ਭਾਵ ਭੂਆ ਮੁਮਤਾਜ਼ ਕਰਕੇ ਕੌਮ ਯਾਦ ਕਰਦੀ ਹੈ, ਭਾਵ ਭੈਣ ਦੇ ਰੂਪ ਦੇ ਵਿੱਚ। ਮੈਂ ਇਹ ਤਾਂ ਅਰਜ਼ ਕੀਤੀ ਹੈ ਵੀ ਜਿਹਨੇ ਸੇਵਾ ਕਰਨੀ ਹੈ ਤਾਂ ਉਹ ਆਪਣਾ ਆਪ ਵਾਰ ਕੇ ਵੀ ਉਹਨਾਂ ਨੇ ਸੇਵਾ ਕੀਤੀ। ਜਿਵੇਂ ਜਿਵੇਂ ਕਿਸੇ ਦੇ ਹਿੱਸੇ ਸੇਵਾ ਆਉਂਦੀ ਹੈ ਤੇ ਇੱਥੇ ਕੋਟਲਾ ਨਿਹੰਗ ਖਾਂ ਦੇ ਕੋਲ ਕਲਗੀਧਰ ਦਸ਼ਮੇਸ਼ ਪਿਤਾ ਜੀ, ਭਾਵ 21 ਦਸੰਬਰ ਸ਼ਾਮ ਹੁੰਦੀ ਹੈ ਤੇ ਸਤਿਗੁਰੂ ਜੀ ਇੱਥੋਂ ਫਿਰ ਚਾਲੇ ਪਾ ਦਿੰਦੇ ਨੇ। ਕਲਗੀਧਰ ਦਸ਼ਮੇਸ਼ ਪਿਤਾ ਜੀ ਅੱਗੇ ਗਏ ਤੇ ਉਹ ਜਗ੍ਹਾ ਆ ਗਈ ਇੱਕ ਕੱਚੀ ਗੜੀ ਹੈ। ਦੋ ਭਰਾਵਾਂ ਦਾ ਜ਼ਿਕਰ ਵਿਦਵਾਨਾਂ ਨੇ ਕੀਤਾ। ਇੱਕ ਦਾ ਮੈਨੂੰ ਯਾਦ ਹੈ ਬੁੱਧੀ ਚੰਦ ਰਾਵਤ ਕਰਕੇ, ਇਹ ਜ਼ਿਮੀਂਦਾਰ ਸਨ। ਜਦੋਂ ਕਹਿੰਦੇ ਸਤਿਗੁਰੂ ਜੀ ਇੱਥੇ ਬਾਗ ਵਿੱਚ ਆਏ, ਇਹਨਾਂ ਨੂੰ ਪਤਾ ਲੱਗਿਆ, ਇਹ ਕਹਿਣ ਲੱਗੇ ਪਾਤਸ਼ਾਹ ਜੀ ਅਸੀਂ ਤੁਹਾਡੀ ਕੋਈ ਸੇਵਾ ਨਹੀਂ ਕਰ ਸਕੇ, ਸਾਡੇ ਕੋਲ ਇੰਨੀ ਹਿੰਮਤ ਕੋਈ ਬਾਹੂਬਲ ਨਹੀਂ ਸੀ, ਪਰ ਅਸੀਂ ਸੇਵਾ ਅੱਜ ਇੰਨੀ ਕੁ ਕਰ ਸਕਦੇ ਹਾਂ ਕਿ ਦੁਸ਼ਮਣ ਦੇ ਨਾਲ ਇਹ ਸਾਹਮਣੇ ਰਣ ਤੱਤੇ ਵਿੱਚ ਮੈਦਾਨੇ ਜੰਗ ਵਿੱਚ ਖੁੱਲੇ ਜਗ੍ਹਾ ਵਿੱਚ ਹੁਣ ਲੜਨਾ ਬਹੁਤ ਮੁਸ਼ਕਲ ਹੋ ਜਾਣਾ ਹੈ, ਪਰ ਕਹਿੰਦੇ ਥੋੜੀ ਬਹੁਤੀ ਵਿਉਂਤ ਵੀ ਚਾਹੀਦੀ ਹੈ। ਤੁਸੀਂ ਆ ਮੇਰੀ ਕੱਚੀ ਗੜੀ ਹੈ। ਇੱਥੇ ਭਗਤ ਕਬੀਰ ਸਾਹਿਬ ਜੀ ਦਾ ਬਚਨ ਮੈਨੂੰ ਚੇਤੇ ਆਉਂਦਾ ਹੈ। ਭਗਤ ਜੀ ਕਹਿੰਦੇ ਕਬੀਰ ਐਸਾ ਕੋਈ ਨਾ ਜਨਮਿਓ, ਜੋ ਆਪਣੇ ਘਰ ਲਾਵੇ ਆਗ, ਪੰਚੋ ਲੜਕਾ ਜਾਰ ਕੈ ਰਹਿ ਰਾਮ ਲਿਵ ਲਾਗ। ਇੱਥੇ ਸਿੱਖਾਂ ਨੇ ਆਪਣੇ ਘਰ ਜਾਲ ਕੇ, ਆਪਣੇ ਘਰ ਸਾੜ ਕੇ ਵੀ ਗੁਰੂਆਂ ਦੇ ਤਨ ਦੇ ਸਰੀਰਾਂ ਦੇ, ਸਾਹਿਬਜ਼ਾਦਿਆਂ ਦੇ ਸੰਸਕਾਰ ਤੱਕ ਵੀ ਕੀਤੇ। ਇੰਨੀ ਸੇਵਾ ਵਾਲੇ ਵੀ ਪਏ ਨੇ ਤੇ ਬੰਦਾ 4 ਟਕੇ ਦੇ ਕੇ ਗੁਰਦੁਆਰੇ, ਤੇ ਜੇ ਹੰਕਾਰ ਦੇ ਵਿੱਚ ਆਫਰਿਆ ਫਿਰੇ, ਓਏ ਬਾਬੇ ਗੁਰਦੁਆਰੇ ਦੇ ਭਾਈ ਤੈਨੂੰ ਪਤਾ ਮੈਂ ਕਿੰਨੇ ਪੈਸੇ ਦਿੱਤੇ ਨੇ ਗੁਰਦੁਆਰੇ, ਪਰ ਜੇ ਤੱਕੋਂ ਸੇਵਾ ਤੁਸੀਂ ਗੁਰੂ ਕੇ ਸਿੱਖਾਂ ਦੀ, ਇੱਥੇ ਤਾਂ ਗੁਰੂ ਦੇ ਵਾਸਤੇ ਆਪਣੇ ਪਰਿਵਾਰ ਤੱਕ ਵੀ ਲੇਖੇ ਲਾ ਦਿੱਤੇ, ਆਪਣਾ ਆਪ ਵੀ ਕੁਰਬਾਨ ਕਰ ਦਿੱਤਾ। ਕਹਿੰਦੇ ਉਸ ਸਮੇਂ ਕਹਿੰਦੇ ਉਹਨਾਂ ਨੇ ਹੱਥ ਜੋੜ ਕੇ ਆਖਿਆ ਸਤਿਗੁਰੂ ਸਾਡੀ ਆ ਕੱਚੀ ਗੜੀ ਹਵੇਲੀ ਹੈ, ਅਸੀਂ ਕਿੰਨੇ ਕੁ ਦਿਨ ਕਿੰਨੀ ਕੁ ਉਮਰ ਭੋਗਾਂਗੇ, ਅਖੀਰ ਕਹਿੰਦੇ ਸਰੀਰ ਨੇ ਮਿੱਟੀ ਹੋ ਜਾਣਾ, ਤੇ ਤੁਸੀਂ ਇਸ ਕੱਚੀ ਗੜੀ ਹਵੇਲੀ ਵਿੱਚ ਤਸ਼ਰੀਫ ਰੱਖੋ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਐਸਾ ਕੋਈ ਨਾ
ਜਨਮਿਓ ਦੁਨੀਆ ਦੇ ਵਿੱਚ ਐਦਾਂ ਦਾ ਕੋਈ ਨਹੀਂ ਜੰਮਿਆ ਜੋ ਆਪਣੇ ਘਰ ਲਾਵੇ ਆਗ, ਆਪਣੇ ਬਾਹਰਲੇ ਘਰ ਨੂੰ ਅੱਗ ਲਾ ਦੇ। ਦਰਅਸਲ ਗੱਲ ਬਾਹਰਲੇ ਘਰ ਦੀ ਵੀ ਕੋਈ ਸੌਖੀ ਨਹੀਂ, ਬਾਹਰਲਾ ਘਰ ਸਾੜਨਾ ਵੀ ਕੋਈ ਸੌਖਾ ਨਹੀਂ। ਪਰ ਇੱਥੇ ਭਗਤ ਜੀ ਕਹਿੰਦੇ ਨੇ ਅੰਦਰ ਆਪਣੇ ਘਰ ਲਾਵੇ ਆਗ, ਆਪਣੀ ਹਉਮੈ ਹੰਕਾਰ ਨੂੰ ਤੂੰ ਸ਼ਬਦ ਦੇ ਦੁਆਰਾ ਸਾੜ ਕੇ ਸਵਾਹ ਕਰ ਦੇ। ਪੰਚੋ ਲੜਕਾ ਜਾਰ ਕੇ ਰਹੇ RAM ਲਿਵ ਲਾਗ, ਕਾਮ ਕਰੋ ਲੋਹ ਮੋਹ ਹੰਕਾਰ ਨੂੰ ਖਤਮ ਕਰ ਦੇ ਤੇ ਰੱਬ ਦੇ ਨਾਲ ਤੇਰੀ ਲਿਵ ਲੱਗ ਜਾਣੀ ਹੈ। ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ, ਕਹਿੰਦੇ ਉਸ ਸਮੇਂ ਦੋਵਾਂ ਨੇ ਹੱਥ ਜੋੜ ਕੇ ਅਰਜ਼ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਕੱਚੀ ਗੜੀ ਹਵੇਲੀ ਦੇ ਵਿੱਚ ਜਾ ਪਹੁੰਚੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸੱਚੇ ਪਾਤਸ਼ਾਹ ਪਿੱਛੇ 10 ਲੱਖ ਦੀ ਸੈਨਾ ਆ ਰਹੀ ਹੈ। ਮੇਰੇ ਖਿਆਲ 'ਚ ਜਿਹੜੇ ਲੋਕ ਇਹ ਗੱਲਾਂ ਕਰਦੇ ਨਾ ਅੱਜ ਕਿ ਇਤਿਹਾਸ ਦੀ ਕੋਈ ਲੋੜ ਨਹੀਂ, ਇਤਿਹਾਸ ਨੂੰ ਪਰੇ ਕਰ ਦਿਓ, ਇਤਿਹਾਸ ਨੂੰ ਕੀ ਪੜ੍ਹਨ ਦੀ ਲੋੜ ਹੈ। ਅੱਜ ਤੁਸੀਂ ਦਿੱਲੀ ਜਾ ਕੇ ਦੇਖ ਲਓ, ਜਿੱਥੇ ਸਾਡੇ ਕਿਸਾਨ ਵੀਰ ਬੈਠੇ ਨੇ, ਕਿਸੇ ਨੂੰ ਵੀ ਪੁੱਛ ਲਓ, ਉਹ ਗੱਲ ਹੀ ਸ਼ੁਰੂ ਇਤਿਹਾਸ ਤੋਂ ਕਰਦੇ ਨੇ। ਕੋਈ ਬਾਬਾ ਬਘੇਲ ਸਿੰਘ ਦੀ ਗੱਲ ਕਰਦਾ ਹੈ, ਕੋਈ ਹਰੀ ਸਿੰਘ ਨਲੂਏ ਦੀ ਗੱਲ ਕਰਦਾ ਹੈ, ਤੇ ਕੋਈ ਆਪਾਂ ਵੇਖਦੇ ਹਾਂ ਜੱਸਾ ਸਿੰਘ ਰਾਮਗੜੀਏ ਦੀ ਗੱਲ ਕਰਦਾ ਹੈ, ਕੋਈ ਜੱਸਾ ਸਿੰਘ ਆਲੂ ਵਾਲੀਏ ਦੀ ਗੱਲ ਕਰਦਾ ਹੈ। ਕਿਉਂਕਿ ਜੇ ਸਿੱਖੋ ਤੁਹਾਡੇ ਕੋਲ ਇਤਿਹਾਸ ਨਹੀਂ ਨਾ, ਇਤਿਹਾਸ ਤੋਂ ਬਿਨਾਂ ਤੁਸੀਂ ਕੱਖ ਦੇ ਵੀ ਨਹੀਂ। ਕਿਉਂਕਿ ਇਤਿਹਾਸ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ, ਜਿਵੇਂ ਸ਼ੀਸ਼ਾ ਤੁਹਾਨੂੰ ਆਪਣਾ ਆਪ ਵਿਖਾ ਦਿੰਦਾ ਹੈ, ਇਸੇ ਤਰ੍ਹਾਂ ਇਤਿਹਾਸ ਵੀ ਮਰੀਆਂ ਹੋਈਆਂ ਜ਼ਮੀਰਾਂ ਨੂੰ, ਜਿਹੜੀ ਅਣਖ ਤੇ ਗੈਰਤ ਖਤਮ ਹੋ ਜਾਂਦੀ ਹੈ ਨਾ, ਉਹਨਾਂ ਨੂੰ ਦੁਬਾਰੇ ਸੁਰਜੀਤ ਕੇਵਲ ਇਤਿਹਾਸ ਹੀ ਕਰ ਸਕਦਾ ਹੈ। ਕਿਉਂਕਿ ਜੇ ਇਤਿਹਾਸ ਬਾਰੇ ਨਹੀਂ ਪਤਾ ਤਾਂ ਬੰਦੇ ਦੀ ਬਾਣੀ ਤੇ ਕਦੇ ਵੀ ਸ਼ਰਧਾ ਨਹੀਂ ਵੱਜਣੀ। ਜੇ ਤੁਹਾਡਾ ਇਤਿਹਾਸ ਤੇ ਹੀ ਨਹੀਂ ਭਰੋਸਾ, ਤੁਸੀਂ ਬਾਣੀ ਦੇ ਪ੍ਰਤੀ ਕੋਈ ਭਾਵਨਾ ਜ਼ਾਹਰ ਨਹੀਂ ਕਰੋਗੇ। ਖੈਰ, ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ, ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਜਦੋਂ ਉਸ ਕੱਚੀ ਗੜੀ ਦੇ ਵਿੱਚ ਤਸਰੀਫ ਰੱਖੀ, ਦੋਵਾਂ ਭਰਾਵਾਂ ਨੇ ਸੇਵਾ ਕੀਤੀ, ਜੋ ਕੁਝ ਉਹਨਾਂ ਦੇ ਕੋਲ ਸੀ ਦਿੱਤਾ। ਭਾਈ ਮਦਨ ਸਿੰਘ ਜੀ ਤੇ ਭਾਈ ਕਾਠਾ ਸਿੰਘ ਦੋਵੇਂ ਭਰਾ ਉਸ ਚਮਕੌਰ ਸਾਹਿਬ ਦੀ ਜਿਹੜੀ ਕੱਚੀ ਗੜੀ ਹੈ, ਹੱਥ ਵਿੱਚ ਬਰਛਾ ਪਕੜ ਕੇ ਉਹ ਪਹਿਰਾ ਦੇ ਰਹੇ ਨੇ। ਅੱਜ ਸ਼ਾਮ ਦੀ 21 ਦਸੰਬਰ ਨੂੰ ਸਤਿਗੁਰੂ ਜੀ ਉੱਥੇ ਪਹੁੰਚੇ ਨੇ। ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਨੂੰ ਪਤਾ ਹੈ ਕਿ ਇਹ ਸ਼ਾਮ ਦਾ ਵਕਤ ਹੈ, 21 ਦਸੰਬਰ ਰਾਤ ਦਾ, ਤੇ 22 ਦਸੰਬਰ ਜਦੋਂ ਸਵੇਰ ਹੋਣੀ ਹੈ, ਤੇ ਆ ਜਿੰਨੇ ਮੇਰੇ ਨਾਲ ਦੇ ਸਿੰਘ ਹਨ, ਗੁਰੂ ਨੂੰ ਪਤਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਵੀ ਬਚਣਾ ਨਹੀਂ। कलगीधर दशमेश पिता इतिहास ये कहता है, स्या बख्ती में कब कोई किसी का साथ देता है, तारीकी में छाया भी जुदा होता है इंसान से। एक विद्वान कहता भी जदों बंदे दे उपर विपता पै जाए तो बंदे दा कहते वेखो जिहड़ा छाया हुंदा ना, छां परछावां ये भी साथ छड्ड जांदी है। वेखो परछावां भी तुहाडे नाल उदों चलदा है जदों सूरज की रोशनी तुहाडे उपर पैंदी होवे जां लाइट पैंदी होवे, पर जदों सूरज भी मूँह छपा ले, जदों लाइट भी खत्म हो जाए तो परछावां भी भज जाता है। शाम का वक्त होया, मेरे सतगुरु सच्चे पातशाह जी जिन्ने सिंह हन उन्हां दे वल तक रहे ने, पर अज मेरे गुरु कलगीधर दशमेश पिता जदों चमकौर की गढ़ी दे विच 22 दसंबर का जिक्र निर्मल सिंह नूर एक विद्वान होए ने, उन्होंने भी जिक्र किया है। वो कहते वेखो 22 दसंबर का दिन, इस अंग्रेजी महीने का यह जिहड़ा दिन है ना 22 दसंबर सब तो छोटा दिन है, तो सब तो छोटे दिन दे विच सब तो वड्डी कुर्बानी की गई। जो कलगीधर दशमेश पिता जी इत्थे आउंदे ने तां ओह जिहड़ी मिट्टी चुकदे ने गढ़ी दी, चमकौर दी कच्ची गढ़ी है, मिट्टी चुकदे ने ते तां नूं जदों उडाई ते भाई दया सिंह जी ते भाई धर्म सिंह जी, क्योंकि ये जिहड़े पंजां प्यारियां दे विचों जोधे हन ते नाल दे साथी पुछदे ने सतगुरु जी पटना साहब दे नालों ते आनंदपुर दे महल्लां दे नालों इउं जापदा कि इस कच्ची गढ़ी दे नाल तुहाडा ज़्यादा स्नेह है, तुहाडी ज़्यादा मुहब्बत है। सतगुरु जी ममटियां दे आले दुआले नज़र मार के ऐदां वेख रहे ने जिवें कोई फौज दा चीफ कमांडर आउण वाले समय नूं तकदा होवे, वेखदा होवे किन्नी क फौज आ रही है, किवें हमला करना है, किधरों आपां निशाना बनाउणा है, की करना है। सतगुरु जी आले दुआले सारे नज़र मारे ने। टिड्डी दल सूबा सरहंद वजीद खां 10 लाख फौज लैके आया। वेखो 10 लाख, जे हो सकता है जे गुरु गोबिंद सिंह साहिब महाराज जे जफरनामे विच नाना जिक्र करके जाते तां अज दे जिहड़े ज्ञाना से उन्हें जिहड़े ज़्यादा कहंदे भी
ਸਾਨੂੰ ਸ਼ਬਦ ਦੀ ਵਿਚਾਰ ਆਉਂਦੀ ਹੈ। ਜਿਹੜੇ ਅੱਜ ਦੇ ਹੰਕਾਰੀ ਬੰਦੇ ਨੇ, ਜਿਹੜੇ ਵਿਦਵਾਨ ਨੇ ਆਪਣੇ ਆਪ ਨੂੰ, ਤੇ ਉਹਨਾਂ ਨੇ ਕਹਿ ਦੇਣਾ ਸੀ 10 ਲੱਖ ਦੇ ਨਾਲ 40 ਜਾਣੇ, ਭਲਾ ਦੱਸੋ ਕੀ ਮੁਕਾਬਲਾ ਹੋ ਸਕਦਾ ਹੈ। ਤੁਹਾਡੇ ਵੀ ਮਨ ਵਿੱਚ ਇਸ ਆ ਸਕਦਾ ਹੈ ਕਿੱਥੇ 40 ਤੇ ਕਿੱਥੇ 10 ਲੱਖ। ਸਾਰਾ ਗੜੀ ਦਾ ਇਤਿਹਾਸ ਤੁਸੀਂ ਪੜ੍ਹ ਕੇ ਦੇਖ ਲਓ, ਕਿੱਥੇ 10,000 ਦੇ 10,000 ਫੌਜ ਦੇ ਨਾਲ ਕਿਵੇਂ ਤੁਸੀਂ ਵੇਖੋ ਕੁਝ ਕੁ ਮੁੱਠੀ ਪਰ ਸਿੰਘਾਂ ਨੇ ਮੁਕਾਬਲਾ ਕੀਤਾ। ਪਰ ਕਲਗੀਧਰ ਦਸ਼ਮੇਸ਼ ਪਿਤਾ ਨੇ ਜ਼ਫਰਨਾਮੇ ਦੇ ਵਿੱਚ ਜ਼ਿਕਰ ਕਰ ਦਿੱਤਾ ਹੈ। ਉਹ ਤਾਂ ਗੁਰੂ ਨੇ ਜ਼ਿਕਰ ਕੀਤਾ ਹੋਣਾ ਕਿ ਆਉਣ ਵਾਲੇ ਸਮੇਂ ਵਿੱਚ ਬਹੁਤ ਸੁਗੜ ਸੁਜਾਨ ਹੰਕਾਰੀ ਤੇ ਚੁੰਚ ਗਿਆਨੀਆਂ ਦਾ ਵੀ ਜਨਮ ਹੋਣਾ ਹੈ। ਤੇ ਮੇਰੇ ਗੁਰੂ ਨੇ ਜ਼ਫਰਨਾਮੇ ਵਿੱਚ ਲਿਖ ਦਿੱਤਾ, ਸਤਿਗੁਰੂ ਕਹਿੰਦੇ ਗੁਰ ਛਿਨਹਿ ਚੇ ਕਾਰੇ ਕੁਨਦ ਕਹਿਲ ਨਰ ਕਹਿ ਦਿਲ ਅਕਬਰ ਆਏ ਬਰੋ ਬੇਖਬਰ। ਭਾਵ ਗੁਰ ਛਿਨਹਿ ਭਾਵ ਕਲਗੀਧਰ ਦਸ਼ਮੇਸ਼ ਪਿਤਾ ਜੀ ਇਹ ਬਚਨ ਸੰਬੋਧਨ ਕਰਕੇ ਕਹਿੰਦੇ ਨੇ, ਉਹ ਸੂਬਾ ਸਰਹੰਦ ਵਜੀਦ ਖਾਂ ਕਹਿੰਦੇ 10 ਲੱਖ ਫੌਜ ਤੇ ਇੱਕ ਬੰਨੇ ਕਹਿੰਦੇ 6-7 ਮਹੀਨਿਆਂ ਦੇ ਭੁੱਖਣ ਭਾਣੇ ਮੇਰੇ 40 ਸਿੰਘ ਨੇ, ਤੇ ਤੂੰ 40 ਦੇ ਉੱਪਰ 10 ਲੱਖ ਦੀ ਫੌਜ ਲੈ ਕੇ ਆ ਗਏ ਐ। ਇਹ ਕੋਈ ਤੇਰੀ ਬਹਾਦਰੀ ਨਹੀਂ, ਇਹ ਤਾਂ ਤੂੰ ਸਿਰੇ ਦਾ ਕੈਰ ਤੇ ਬੁਜ਼ਦਲ ਬੰਦਾ ਹੈ। ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ ਜਦੋਂ ਉੱਥੋਂ ਮਿੱਟੀ ਨੂੰ ਚੁੱਕਿਆ ਤੇ ਹਵਾ ਦੇ ਵਿੱਚ ਉਡਾਇਆ, ਭਾਈ ਦਇਆ ਸਿੰਘ ਤੇ ਧਰਮ ਸਿੰਘ ਮਾਨ ਸਿੰਘ ਨਾਲ ਦੇ ਸਿੰਘ ਕਹਿੰਦੇ ਸਤਿਗੁਰੂ ਜੀ ਆਨੰਦਪੁਰ ਦੇ ਮਹੱਲਾ ਨਾਲੋਂ ਤੇ ਪਟਨੇ ਦੀਆਂ ਗਲੀਆਂ ਧਰਤੀ ਨਾਲੋਂ ਲੱਗਦਾ ਇਸ ਕੱਚੀ ਗੜੀ ਦੇ ਨਾਲ ਤੁਹਾਡੀ ਬਹੁਤ ਮੁਹੱਬਤ ਹੈ। ਤੇ ਅੱਲਾ यार खां जोगी लिखदा है, सतगुरु जी कहते जिस खिते में हम कहते थे आना ये वही है, जिस जगह बच्चों को कटाना ये वही है, मट्टी भी कह रही है ठिकाना ये वही है। सतगुरु जी कहन लगे दया सिंह धर्म सिंह जिस खिते विच जिस जगह ते असीं आउणा सी, जिस ਕੱਚੀ ਗੜੀ ਦੀ ਮਿੱਟੀ ਦੀ ਗੱਲ ਕਦੀ ਅਸੀਂ ਆਨੰਦਪੁਰ ਦੀ ਧਰਤੀ ਤੇ ਕਿਤੇ ਅਸੀਂ ਕੋਈ ਨਾ ਕੋਈ ਵਿਚਾਰ ਤੁਹਾਡੇ ਨਾਲ ਸਾਂਝੀ ਕਰਦੇ ਸਾਂ। ਕਹਿੰਦੇ ਉਸੇ ਗੜੀ ਦਾ ਤੇ ਉਸੇ ਮਿੱਟੀ ਦਾ ਜ਼ਿਕਰ ਮੈਂ ਜਦੋਂ ਕਰਦਾ ਸੀ, ਉਹ ਮਿੱਟੀ ਤੇ ਕੱਚੀ ਗੜੀ ਇਹੀ ਹੈ। ਜਿਸ ਜਗ੍ਹਾ ਬੱਚੋਂ ਕੋ ਕਟਾਨਾ ਜੇ ਵਹੀ ਹੈ, ਜਿਸ ਜਗ੍ਹਾ ਤੇ ਮੈਂ ਆਪਣੇ ਬੱਚਿਆਂ ਦੀ ਸ਼ਹੀਦੀ ਸ਼ਹਾਦਤ ਆਪਣੇ ਅੱਖਾਂ ਨਾਲ ਵੇਖਣੀ ਹੈ ਤੇ ਆਪਣੇ ਬੱਚਿਆਂ ਨੂੰ ਮੈਂ ਖੁਦ ਥਾਪੜਾ ਦੇ ਕੇ ਰਣ ਤੱਤੇ ਵੱਲ ਤੋਰਨਾ ਤੇ ਇਹਨਾਂ ਨੇਤਰਾਂ ਨਾਲ ਤੱਕਣਾ, ਤੇ ਇਹ ਜਗ੍ਹਾ ਉਹੀ ਹੈ। ਕਲਗੀਧਰ ਦਸ਼ਮੇਸ਼ ਪਿਤਾ ਨੇ ਆਖਿਆ ਸਿੰਘੋ, ਉਹਨਾਂ ਨੂੰ ਪਤਾ ਹੈ ਸਤਿਗੁਰਾਂ ਨੂੰ। ਪਾਤਸ਼ਾਹ ਕਹਿਣ ਲੱਗੇ ਮਦਨ ਸਿੰਘ ਤੇ ਕਾਠਾ ਸਿੰਘ ਨੂੰ ਕਿ ਅੱਜ ਦੀ ਜਿਹੜੀ ਰਾਤ ਹੈ ਨਾ, ਇਹ ਰਾਤ ਜਿਹੜਾ ਜਾਗਣ ਦਾ ਸਮਾਂ ਹੈ, ਇਹ ਰਾਤ ਦੀ ਸੇਵਾ ਜਿਹੜੀ ਪਹਿਰੇ ਦੀ ਹੈ ਤੁਸੀਂ ਮੈਨੂੰ ਦੇ ਦਿਓ। ਭਾਈ ਮਦਨ ਸਿੰਘ ਤੇ ਕਾਠਾ ਸਿੰਘ ਇਹ ਦੋਵੇਂ ਭਰਾ ਸਨ। ਕਹਿਣ ਲੱਗੇ ਸਤਿਗੁਰੂ ਰਾਤ ਦੀ ਸੇਵਾ ਪਹਿਰੇ ਦੀ ਸੇਵਾ ਉਹ ਵੀ ਤੁਹਾਨੂੰ। ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਮੈਨੂੰ ਨਾ ਕਰਿਓ, ਕਿਉਂਕਿ ਸਤਿਗੁਰੂ ਕਹਿੰਦੇ ਆ ਜਿਹੜੇ ਸਰੀਰ ਜਿਹੜੇ ਤਨ ਤੁਹਾਡੇ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਤੁਸੀਂ ਪੜ੍ਹਦੇ ਹੋ, ਇੱਕ ਇੱਕ ਸ਼ਬਦ ਇਤਿਹਾਸ ਦੀ ਕਸਵੱਟੀ ਤੇ ਉਤਰਦਾ। ਮੇਰੇ ਗੁਰੂ ਨੇ ਜੇ ਬਾਣੀ ਵਿੱਚ ਗੱਲ ਕੀਤੀ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ, ਜੇ ਬਾਣੀ ਵਿੱਚ ਗੱਲ ਕੀਤੀ ਤੇ ਮੇਰੇ ਗੁਰੂ ਨੇ ਇਹਦੇ ਅਰਥ ਚਮਕੌਰ ਦੀ ਗੜੀ ਦੇ ਵਿੱਚ ਕਰਕੇ ਦੱਸੇ। ਸਤਿਗੁਰੂ ਨੂੰ ਪਤਾ ਹੈ ਕਿ ਸਵੇਰ ਹੋਣੀ ਹੈ, ਇਹਨਾਂ ਸਿੰਘਾਂ ਨੇ ਰਣ ਤੱਤੇ ਵਿੱਚ ਜੂਝ ਕੇ ਸ਼ਹੀਦੀਆਂ ਪਾ ਜਾਣੀਆਂ ਨੇ। ਪਾਤਸ਼ਾਹ ਕਹਿੰਦੇ ਰਾਤ ਦੀ ਪਹਿਰੇ ਦੀ ਸੇਵਾ ਜਾਗਣ ਦੀ ਮੈਨੂੰ ਦੇ ਦਿਓ। ਇਤਿਹਾਸ ਕਹਿੰਦਾ ਮੇਰੇ ਸਤਿਗੁਰਾਂ ਨੇ ਜਦੋਂ ਦੇਖਿਆ ਸਿੰਘ ਰਾਤ ਨੂੰ 21 ਦਸੰਬਰ ਦੀ ਰਾਤ ਹੈ, ਥੱਕੇ ਟੁੱਟੇ ਕਈ ਮਹੀਨਿਆਂ ਦਿਨਾਂ ਦੇ, ਕਹਿੰਦੇ ਜਦੋਂ ਉਹ ਸੌਂ ਗਏ ਕਿਸੇ ਦਾ ਦਮਾਲਾ ਖੁੱਲਿਆ ਹੈ, ਕਿਸੇ ਦੇ ਕੇਸ ਖੁੱਲੇ ਨੇ, ਕਿਸੇ ਦਾ ਤਨ ਕਿੱਦਾਂ ਠੰਡ ਦੇ ਨਾਲ ਪਏ ਨੇ। ਕਲਗੀਧਰ ਦਸ਼ਮੇਸ਼ ਪਿਤਾ ਕਦੀ ਉਹ ਕਿਸੇ ਦਾ ਦਮਾਲਾ ਠੀਕ ਦਸਤਾਰ ਠੀਕ ਕਰਦੇ ਨੇ, ਕਦੀ ਕਿਸੇ ਦੇ ਕੇਸਾਂ ਨੂੰ ਠੀਕ ਕਰਦੇ ਨੇ, ਇੱਥੋਂ ਤੱਕ ਮੁੱਠੀ ਚਾਪੀ ਵੀ ਕੀਤੀ, ਪੈਰ ਤੱਕ ਵੀ ਘੁੱਟੇ। ਹੈ ਕੋਈ ਦੁਨੀਆ ਵਿੱਚ ਇਹੋ ਜਿਹਾ ਬਾਬਾ ਗੁਰੂ ਜਿਹੜਾ ਆਪਣੇ ਸੇਵਕਾਂ ਦੇ ਪੈਰ ਤੇ ਚਰਨ ਘੁੱਟੇ? ਕਿਤੇ ਤੁਹਾਨੂੰ ਇਦਾਂ ਦੀ ਮਿਸਾਲ ਨਹੀਂ ਮਿਲਣੀ। ਉਹ ਬਚਨ ਉਹ ਅਰਥ ਜਦੋਂ ਮੈਂ ਬਾਣੀ ਪੜ੍ਹ ਰਿਹਾ ਸਾਂ, ਸ਼ਬਦ ਨੂੰ ਵਾਚਦਾ ਸੀ ਤੇ ਮੇਰੇ ਜ਼ਿਹਨ ਵਿੱਚ ਆਇਆ ਵੀ ਇਹਦੇ ਅਰਥ ਅੱਖਰੀ ਤਾਂ ਕਰਕੇ ਲੰਘ ਜਾਣਗੇ, ਪਰ ਕਲਗੀਧਰ ਦਸ਼ਮੇਸ਼ ਪਿਤਾ ਨੇ ਤਾਂ ਇਸ ਸ਼ਬਦ ਦੇ ਅਰਥ ਹੀ ਚਮਕੌਰ ਦੀ ਗੜੀ ਵਿੱਚ ਕਰਕੇ ਦੱਸ ਦਿੱਤੇ ਨੇ। ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਫਿਰ ਕਦੀ ਕਿਸੇ ਦੇ ਚਰਨ ਘੁੱਟਦੇ ਨੇ, ਕਦੀ ਲੱਤਾਂ ਘੁੱਟਦੇ ਨੇ, ਕਦੀ ਉਹਨਾਂ ਦੇ ਦਮਾਲੇ ਦਸਤਾਰਾਂ ਠੀਕ ਕਰਦੇ ਨੇ। ਗੁਰੂ ਨੂੰ ਪਤਾ ਹੈ ਕਿ ਸੁਬਾਹ ਹੋਣੀ ਹੈ, ਅਤ ਹੀ ਰਣ ਮੈਂ ਤਬ ਜੂਝ ਮਰੋ।
ਇਹਨਾਂ ਨੇ ਸ਼ਹੀਦੀਆਂ ਤੇ ਸ਼ਹਾਦਤਾਂ ਪਾ ਜਾਣੀਆਂ। ਇਤਿਹਾਸ ਕਹਿੰਦੇ ਜਦੋਂ ਸਵੇਰ ਹੁੰਦੀ ਹੈ ਤੇ ਇਧਰੋਂ ਅੱਲਾਹੂ ਅਕਬਰ ਯਾ ਅਲੀ ਦੇ ਨਾਰੇ ਸੂਬਾ ਸਰਹੰਦ ਦੀ ਜਿਹੜੀ ਫੌਜ ਹੈ ਉਹ ਲਾ ਰਹੀ ਹੈ। ਕਾਲੇ ਖਾਂ ਵਰਗੇ, ਅਸਮਾਨ ਖਾਂ ਵਰਗੇ, ਇਸਮਾਈਲ ਖਾਂ ਵਰਗੇ ਇਹਨਾਂ ਖਾਨਾਂ ਦੇ ਨਾਮ ਜਿੰਨੇ ਤਕੜੇ ਸਨ ਉਹਨੇ ਇਹ ਸਰੀਰਕ ਪੱਖੋਂ ਵੀ ਬਹੁਤ ਤਕੜੇ ਸਨ। ਭਾਵ ਇੱਕ ਇੱਕ ਦੂੰਬਾ ਖਾਣ ਵਾਲੇ ਮਾਸਾਹਾਰੀ ਇਹ ਪਠਾਨ ਦਸਾਂ ਨੂੰ ਇਹ ਪਲਾਂ ਦੇ ਵਿੱਚ ਧਰਤੀ ਤੇ ਲਟਾਉਣ ਵਾਲੇ ਸਨ। ਪਰ ਕਹਿੰਦੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਦੇ ਨਾਲ 40 ਸਿੰਘ ਨੇ ਪਰ ਹੌਸਲਾ ਨਹੀਂ ਹਾਰਿਆ। ਅੰਦਰ ਜਜ਼ਬਾਤ ਕੀ ਹੈ, ਅੰਦਰ ਜਨੂਨ ਕੀ ਹੈ, ਅਤ ਹੀ ਰਨ ਮੈਂ ਤਬ ਜੂਝ ਮਰੋਂ। ਜਿਹੜੀ ਗੱਲ ਭਗਤ ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਕੀਤੀ ਹੈ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਉਹਦੇ ਅਰਥ ਵੀ ਚਮਕੌਰ ਦੀ ਗੜੀ ਵਿੱਚ ਕਰ ਰਹੇ ਨੇ। ਕਹਿੰਦੇ ਸਵੇਰ ਹੋਈ, ਇਧਰੋਂ ਉਹਨਾਂ ਨੇ ਪੂਰੀ ਵਿਉਂਤ ਵਿਧੀ ਇਹ ਬਣਾ ਲਈ ਕਿ ਇੱਕੋ ਹੀ ਹਮਲਾ ਕਰੋ। ਕਿਉਂਕਿ ਸਭ ਤੋਂ ਪਹਿਲੋਂ ਜਿਹੜਾ ਮੈਂ ਇਤਿਹਾਸ ਪੜ੍ਹ ਰਿਹਾ ਸਾਂ, ਜਫਰਨਾਮਾ ਤੁਸੀਂ ਜ਼ਰੂਰ ਪੜ੍ਹਿਓ। ਜਫਰਨਾਮਾ ਵੇਖੋ ਬੜਾ ਬਾ ਕਮਾਲ ਦਾ। ਇੱਕ ਵੀਰ ਗਾਉਣ ਵਾਲਾ ਉਹਨੇ ਜਫਰਨਾਮੇ ਨੂੰ ਗਾਇਆ, ਉਹਨੇ ਕਮਾਲ ਕਰ ਦਿੱਤੀ। ਜਫਰਨਾਮਾ ਹੋ ਸਕਦਾ ਸਾਡੇ ਸਿੱਖਾਂ ਨੇ ਕਦੇ ਪੜ੍ਹਿਆ ਨਾ ਹੋਵੇ, ਪਰ ਇੱਕ ਵੀਰ ਨੇ ਉਸ ਗਾਉਣ ਵਾਲੇ ਨੇ ਬੜੀ ਤਰਤੀਬ ਉਹਨੇ ਗਾਇਆ, ਬੜਾ ਸੋਹਣਾ। ਤੇ ਕਈ ਸਾਡੇ ਉਹਨੂੰ ਭੰਡਣ ਲੱਗ ਪਏ, ਕਹਿੰਦੇ ਦੇਖੋ ਜੀ ਇੱਥੇ ਇਹਨੇ ਆ ਗਲਤ ਤੁਕ ਬੋਲਤੀ, ਇੱਥੇ ਇਹਨੇ ਉਹ ਬੋਲਤੀ। ਉਹਨੇ ਤਾਂ ਇੰਨੇ ਸੋਹਣੇ ਤਰੀਕੇ ਨਾਲ ਗਾ ਕੇ ਪੇਸ਼ ਤਾਂ ਕੀਤਾ ਤਾਂ ਕਿ ਸਾਡੀ ਨੌਜਵਾਨੀ ਨੂੰ ਵੀ ਪਤਾ ਲੱਗੇ ਵੀ ਜਫਰਨਾਮਾ ਹੈ ਕੀ। ਜਫਰਨਾਮੇ ਦੇ ਅਰਥ ਹੁੰਦੇ ਨੇ ਜਿੱਤ ਦੀ ਚਿੱਠੀ। ਤੇ ਜਫਰਨਾਮੇ ਵਿੱਚ ਲਿਖਿਆ ਹੈ ਕਿ ਕਲਗੀਧਰ ਦਸ਼ਮੇਸ਼ ਪਿਤਾ ਨੇ ਫਿਰ ਮਦਨ ਸਿੰਘ ਕਾਠਾ ਸਿੰਘ ਇਹ ਪਹਿਰੇ ਤੇ ਖਲੋਤੇ ਨੇ। ਸਵੇਰ ਹੋਈ ਤੇ ਸਵੇਰ ਦੇ ਚੜ੍ਹਾ ਦੇ ਨਾਲ ਹੀ ਕਹਿੰਦੇ ਜਿਹੜਾ ਇੱਕ ਨਾਰ ਖਾਂ ਸੀ ਨਾ, ਇਹਦਾ ਜ਼ਿਕਰ ਕੀਤਾ ਹੈ। ਇਹ ਜਿਹੜਾ ਨਾਰ ਖਾਂ ਸੀ ਇਹ ਸ਼ੇਰ ਮੁਹੰਮਦ ਖਾਂ ਮਰੇਰਕੋਟਲ ਵਾਲੇ ਦਾ ਭਰਾ ਸੀ। ਕਿਉਂਕਿ ਜਦੋਂ ਇਹ ਨਾਰ ਖਾਂ ਜਦੋਂ ਵੇਖਿਆ ਨਾ ਇਹਨੇ ਵੀ ਸੂਬਾ ਸਰਹੰਦ ਵਜੀਦ ਖਾਂ ਕਹਿੰਦਾ ਹਮਲਾ ਕਰ ਦਿਓ, ਤੇ ਨਾਰ ਖਾਂ ਕਹਿੰਦਾ ਵਜੀਦ ਖਾਂ ਹਮਲਾ ਬਾਅਦ ਵਿੱਚ ਕਰਾਂਗੇ, ਪਹਿਲਾਂ ਮੈਂ ਪੌੜੀ ਲਾ ਕੇ ਵੇਖਦਾ ਵੀ ਅੰਦਰ ਸਿੰਘ ਕਿੰਨੇ ਕਿੰਨੇ। ਕਹਿੰਦੇ ਇਹਨੇ ਇੱਕ ਪੌੜੀ ਲਈ, ਪੌੜੀ ਲਾ ਕੇ ਪੌੜੀ ਚੜ੍ਹ ਕੇ ਕੱਚੀ ਗੜੀ ਦੀ ਹਵੇਲੀ ਹੈ ਜਿਹੜੀ ਤੁਸੀਂ ਵੇਖੋ। ਪਹਿਲਾਂ ਤੁਸੀਂ ਰਸਾਲੇ ਤੁਹਾਡੇ ਬੱਚੇ ਪੜ੍ਹਦੇ ਸਨ, ਹੁਣ ਤੇ ਅਸੀਂ ਉਹ ਵੀ ਖਤਮ ਕਰ ਦਿੱਤੇ। ਉਹਨਾਂ ਰਸਾਲਿਆਂ ਦੇ ਉੱਪਰੋਂ ਫੋਟੋਆਂ ਬਿਲਕੁਲ ਇਨ ਬਿਨ ਕਵੀਆਂ ਨੇ, ਵਿਦਵਾਨਾਂ ਨੇ ਉਹ ਛਾਪੀਆਂ ਨੇ ਤਾਂ ਕਿ ਪਤਾ ਲੱਗੇ ਵੀ ਇਹ ਇਤਿਹਾਸ ਕੀ ਹੈ। ਕਹਿੰਦੇ ਉਹ ਪੌੜੀ ਲਾ ਕੇ ਜਦੋਂ ਐਨ ਸਿਰੇ ਦੇ ਡੰਡੇ ਤੇ ਪਹੁੰਚ ਜਾਂਦਾ ਹੈ, ਥੋੜੀਆਂ ਜੀਆਂ ਅੱਖਾਂ ਕੱਢ ਕੇ ਉਹ ਵੇਖਦਾ ਹੈ ਕਿ ਮੈਂ ਦੇਖਾਂ ਤਾਂ ਸਹੀ ਵੀ ਅੰਦਰ ਕਿੰਨੇ ਕੁ ਸਿੰਘ ਨੇ। ਕਹਿੰਦੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਨੇ ਭੱਥੇ ਵਿੱਚੋਂ ਤੀਰ ਕੱਢਿਆ ਤੇ ਉਸ ਤੀਰ ਕਮਾਨ ਨੂੰ ਚਿੱਲੇ ਤੇ ਚਾੜ ਕੇ ਤੰਦੀ ਨੂੰ ਟਣਕਾ ਕੇ ਜਦੋਂ ਇਹਨੇ 2 ਅੱਖਾਂ ਕੱਢੀਆਂ, ਮੇਰੇ ਗੁਰੂ ਨੇ ਤੀਰ ਦੀਆਂ ਅੱਖਾਂ ਦੇ ਵਿੱਚ ਪਰੋ ਦਿੱਤਾ। ਭਵਟਣੀ ਖਾ ਕੇ ਕਹਿੰਦੇ ਧਰਤੀ ਤੇ ਜਾ ਡਿੱਗਿਆ। ਇਤਿਹਾਸ ਇਹ ਕਹਿੰਦਾ ਪਹਿਲਾ ਤੀਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਵਿੱਚ ਆਪ ਚਲਾਇਆ ਸੀ। ਕਹਿੰਦੇ ਜਦੋਂ ਉਹਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਫਿਰ ਇੱਕ ਗਨੀ ਖਾਂ ਆਉਂਦਾ ਹੈ। ਇਹ ਗਨੀ ਖਾਂ ਹੋਰ ਹੈ, 2 ਗਨੀ ਖਾਂ ਭਰਾ ਵੀ ਹੋਏ ਨੇ। ਗਨੀ ਖਾਂ ਨਬੀ ਖਾਂ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਅੱਗੋਂ ਮਾਛੀਵਾੜੇ ਦੇ ਜੰਗਲਾਂ ਤੱਕ, ਆਲਮਗੀਰ ਤੱਕ ਚੱਕ ਕੇ ਮੋਢਿਆਂ ਤੇ ਲੈ ਕੇ ਜਾਣਗੇ, ਜਿਨ੍ਹਾਂ ਦੀਆਂ ਅੱਜ ਵੀ ਕਬਰਾਂ ਚਰਨ ਕਮਲ ਗੁਰਦੁਆਰਾ ਮਾਛੀਵਾੜੇ ਦੀ ਧਰਤੀ ਉੱਥੇ ਅਸਥਾਨ ਬਣਿਆ। ਇਹਨੂੰ ਗਨੀ ਖਾਂ ਤੇ ਗੈਰਤ ਖਾਂ ਵੀ ਕਹਿੰਦੇ ਸਨ। ਇਹਨੇ ਵੇਖਿਆ ਕਿ ਨਾਰ ਖਾਂ ਨੂੰ ਗੁਰੂ ਨੇ ਚਿੱਤ ਕਰ ਦਿੱਤਾ। ਕਹਿੰਦੇ ਇਹ ਵੀ ਫਿਰ ਪੌੜੀ ਲਾ ਕੇ ਹੌਲੀ ਹੌਲੀ ਕਹਿੰਦੇ ਅੱਗੇ ਜਾ ਕੇ ਕਹਿੰਦਾ ਮੈਂ ਦੇਖ ਕੇ ਆਉਣਾ, ਮੈਂ ਲੈਣਾ ਖਬਰ ਗੁਰੂ ਦੀ। ਕਿੰਨੇ ਕੁ ਜਾਣੇ ਨੇ ਅੰਦਰ। ਜਦੋਂ ਇਹ ਨੇ ਕਹਿੰਦੇ ਥੋੜਾ ਜਿਹਾ ਆਪਣਾ ਸਿਰ ਟੋਟਣ ਜਾਂ ਕੱਢਿਆ, ਗੁਰੂ ਦੇ ਕੋਲ ਇੱਕ ਗੁਰਜ ਸੀ, ਟਕਾ ਕੇ ਇਹਦੇ ਸਿਰ 'ਚ ਮਾਰੀ ਤੇ ਇਹਦੀ ਮਿੱਝ ਕੱਢ ਦਿੱਤੀ। ਇਹ ਵੀ ਭਵਟਣੀ ਖਾ ਕੇ ਥੱਲੇ ਜਾ ਡਿੱਗਿਆ, ਇਹਦੀ ਵੀ ਮੌਤ ਹੋ ਗਈ। ਉਸ ਤੋਂ ਬਾਅਦ ਜਿਹੜਾ ਫੌਜ ਦਾ ਤੀਜਾ ਕਮਾਂਡਰ ਸੀ ਉਹਦਾ ਨਾਂ ਸੀ ਖਵਾਜਾ ਮਹਿਮੂਦ। ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਨੇ ਉਹਨੂੰ ਜਫਰਨਾਮੇ ਦੇ ਵਿੱਚ ਖਵਾਜਾ ਮਰਦੂਦ ਲਿਖਿਆ ਹੈ। ਮਰਦੂਦ ਦੇ ਅਰਥ ਹੁੰਦੇ ਨੇ ਫਾਰਸੀ ਵਿੱਚ ਸਿਰੇ ਦਾ ਕੈਰ, ਸਿਰੇ ਦਾ ਡਰਪੋਕ। ਇਹਨੇ ਦੇਖਿਆ ਪੌੜੀ ਲਾ ਕੇ 2 ਜਾਣੇ ਵੇਖੇ, ਉਹ ਨਾਲ ਦੀ ਨਾਲ ਡਿੱਗ ਪਏ। ਇਹ ਕੱਚੀ ਗੜੀ ਹਵੇਲੀ ਦੇ ਨਾਲ ਹੌਲੀ ਹੌਲੀ ਘਿਸੜਦਾ ਇਹ ਕਹਿੰਦਾ ਮੈਂ ਕੰਨ ਲਾ ਕੇ ਖਬਰ ਲੈਣਾ, ਵੇਖਦਾ ਵੀ ਅੰਦਰ ਕਿੰਨੇ ਕੁ ਜਾਣੇ ਬੋਲਦੇ ਪਏ ਨੇ। ਕਹਿੰਦੇ ਜਦੋਂ ਇਹ ਕੰਨ ਜਾ ਲਾ ਕੇ ਵੇਖਣ ਲੱਗਿਆ, ਸਤਿਗੁਰਾਂ ਨੇ ਜਦੋਂ ਚਿਲਾ ਚਾੜਿਆ, ਤੰਦੀ ਟਣਕਾਈ, ਜਦੋਂ ਤੀਰ ਛੱਡਣ ਲੱਗੇ ਤੇ ਇਹ ਉਤੋਂ ਛੂਕ ਗਿਆ, ਨਾਲ ਦੀ ਨਾਲ ਭੱਜ ਗਿਆ। ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ ਮੈਨੂੰ ਹੋਰ ਕੋਈ ਅਫਸੋਸ ਨਹੀਂ, ਪਰ ਕਹਿੰਦੇ ਮੈਨੂੰ ਇਸ ਗੱਲ ਦਾ ਬੜਾ ਅਫਸੂਸ ਹੈ ਖਵਾਜਾ ਮਹਿਦੂਦ,
ਕਹਿੰਦੇ ਤੂੰ ਕਹਿੰਦੇ ਉਥੋਂ ਨੱਸ ਗਿਆ, ਭੱਜ ਗਿਆ, ਬਸ ਮੈਨੂੰ ਅਫਸੋਸ ਇਹ ਹੈ ਵੀ ਤੂੰ ਬਚ ਗਿਆ, ਪਰ ਜੇ ਕਹਿੰਦੇ ਤੂੰ ਵੀ ਜੇ ਥੋੜਾ ਜਿਹਾ ਸਿਰ ਬਾਹਰ ਕੱਢਦਾ, ਇੱਕ ਤੀਰ ਕਹਿੰਦੇ ਤੇਰੀਆਂ ਅੱਖਾਂ ਵਿੱਚ ਮੈਂ ਪਰੋ ਦੇਣਾ ਸੀ। ਕਹਿੰਦੇ ਇਹ ਦੌੜ ਗਿਆ। ਇਹਨਾਂ ਪਠਾਨਾਂ ਦਾ ਜ਼ਿਕਰ ਗੁਰੂ ਨੇ ਜ਼ਫਰਨਾਮੇ ਵਿੱਚ ਲਿਖਿਆ ਤੇ ਜਿਹੜੇ ਤੁਸੀਂ ਬੋਲ ਪੜ੍ਹਦੇ ਹੋ ਨਾ, ਚੂੰ ਕਰ ਅਜ ਹਮਾ ਹੀਲਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ, ਇਹ ਪੰਕਤੀਆਂ ਚਮਕੌਰ ਦੀ ਗੜੀ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਉਚਾਰੀਆਂ ਨੇ ਤੇ ਇੱਥੇ ਢੁਕਦੀਆਂ ਨੇ। ਸਤਿਗੁਰਾਂ ਨੇ ਆਖਿਆ ਔਰੰਗਜ਼ੇਬ ਐ ਸੂਬਾ ਸਰਹੰਦ ਵਜੀਦ ਖਾਂ, ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ, ਕਹਿੰਦੇ ਉਸ ਸਮੇਂ ਹੱਥ ਦੇ ਵਿੱਚ ਤਲਵਾਰ ਚੁੱਕ ਲੈਣੀ, ਤੀਰ ਕਮਾਨ ਚੁੱਕ ਲੈਣਾ, ਸ਼ਸਤਰ ਪਕੜ ਲੈਣਾ ਤੇ ਮਾਲਾ ਰੱਖ ਦੇਣੀ। ਮਾਲਾ ਰੱਖ ਕੇ ਸ਼ਸਤਰ ਚੁੱਕਣਾ ਹੀ ਕਹਿੰਦੇ ਧਰਮ ਹੈ। ਚੂੰ ਕਰ ਅਜ ਹਮਾ ਹੀਲਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਦਸਤ ਦੇ ਅਰਥ ਨੇ ਹੱਥ ਵਿੱਚ ਪਕੜ ਲੈਣੀ, ਹਲਾਲ ਦੇ ਅਰਥ ਨੇ ਧਰਮ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਇਹ ਦੋਨੇ ਖਤਮ ਹੋ ਗਏ। ਇੱਕ ਕਹਿੰਦੇ ਕੰਧ ਦੇ ਨਾਲ ਦੀ ਲੁਕ ਲੁਕ ਕੇ ਬਹਿ ਕੇ ਭੱਜ ਗਿਆ। ਇਧਰੋਂ ਫਿਰ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਨੇ ਸਭ ਤੋਂ ਜਿਹੜਾ ਪਹਿਲਾ ਜਥਾ ਤੋਰਿਆ ਸੀ। ਮੇਰੇ ਗੁਰੂ ਨੇ ਇਤਿਹਾਸ ਲੰਮੇ ਸਮਾਂ ਹੋ ਚੁੱਕਿਆ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲੇ ਜਥੇ ਦਾ ਜਿਹੜਾ ਜਥੇਦਾਰ ਸੀ, ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਨੂੰ ਤੋਰਿਆ। 5 ਸਿੰਘਾਂ ਦਾ ਜਥਾ ਬਣਾ ਕੇ ਭਾਈ ਹਿੰਮਤ ਸਿੰਘ ਆਇਆ, ਕਹਿੰਦਾ ਸਤਿਗੁਰੂ ਜੀ ਕਿਰਪਾ ਕਰੋ, ਮਿਹਰ ਕਰੋ, ਮੈਨੂੰ ਆਗਿਆ ਬਖਸ਼ੋ। ਤੇ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿੰਦੇ ਕਿ ਭਾਈ ਹਿੰਮਤ ਸਿੰਘ ਜੀ, ਤੁਸੀਂ ਉਦੋਂ ਵੀ ਹਿੰਮਤ ਕੀਤੀ ਸੀ ਜਦੋਂ ਅਸੀਂ 80,000 ਦੇ ਇਕੱਠ ਵਿੱਚ ਆਵਾਜ਼ ਮਾਰੀ ਸੀ, ਕਿਉਂਕਿ ਹਿੰਮਤ ਵਾਲਾ ਹੀ ਗੁਰੂ ਨੂੰ ਆਪਣਾ ਆਪ ਭੇਟ ਕਰ ਸਕਦਾ ਹੈ। ਆਲਸੀ ਬੰਦੇ ਗੁਰੂ ਨੂੰ ਆਪਣਾ ਆਪ ਸਮਰਪਿਤ ਨਹੀਂ ਕਰ ਸਕਦੇ। ਕਹਿੰਦੇ ਭਾਈ ਹਿੰਮਤ ਸਿੰਘ ਨੇ 5 ਸਿੰਘਾਂ ਦਾ ਜਥਾ ਬਣਾਇਆ ਤੇ ਜਦੋਂ ਰਣ ਤੱਤੇ ਵਿੱਚ ਗਏ ਨੇ, ਸੂਬਾ ਸਰਹੰਦ ਵਜੀਦ ਖਾਂ ਤੇ ਕਾਲੇ ਖਾਂ ਵਰਗੇ ਕਹਿਣ ਲੱਗੇ, ਕਹਿੰਦੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 5 ਪਿਆਰਿਆਂ ਦੇ ਵਿੱਚੋਂ ਸਾਜਿਆ ਹੋਇਆ ਇੱਕ ਪਿਆਰਾ ਮੈਨੂੰ ਲੱਗਦਾ ਹੈ ਹਿੰਮਤ ਸਿੰਘ ਹੈ ਇਹਦਾ ਨਾਮ, ਕਹਿੰਦੇ ਇਹ ਇਥੋਂ ਬਚ ਕੇ ਨਾ ਜਾਏ। ਉਸ ਸਮੇਂ ਕਹਿੰਦੇ ਦੋਵਾਂ ਪਾਸੋਂ ਜੰਗ ਹੁੰਦੀ ਹੈ, ਰਣ ਤੱਤੇ ਵਿੱਚ ਸਿੰਘ ਜੂਝਦੇ ਨੇ, ਨਾਲ ਦੇ ਸਿੰਘ ਜੂਝ ਕੇ ਸ਼ਹੀਦੀ ਪਾਉਂਦੇ ਨੇ। ਭਾਈ ਹਿੰਮਤ ਸਿੰਘ ਜੀ ਵੀ ਸ਼ਹੀਦ ਹੋ ਜਾਂਦੇ ਨੇ ਤੇ ਕਲਗੀਧਰ ਪਾਤਸ਼ਾਹ ਜੀ ਮਮਟੀ ਤੇ ਖਲੋਤੇ ਉੱਚੀ ਦਿਨੇ ਜਕਾਰਾ ਛੱਡਦੇ ਨੇ। ਤੇ ਇੰਨੇ ਸਮੇਂ ਨੂੰ ਫਿਰ ਧੰਨ ਧੰਨ ਬਾਬਾ ਅਜੀਤ ਸਿੰਘ ਆਉਂਦੇ ਨੇ, ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਆਗਿਆ ਬਖਸ਼ੋ। ਔਰ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਕਹਿੰਦੇ ਅਜੀਤ ਸਿੰਘ ਜੀ, ਜਿਸ ਦਿਨ ਤੇਰਾ ਜਨਮ ਹੋਇਆ ਸੀ, ਪੌਂਟਾ ਭੰਗਾਣੀ ਦਾ ਮੈਂ ਜੰਗ ਜਿੱਤਿਆ ਸੀ ਤੇ ਉਸ ਸਮੇਂ ਤੇਰਾ ਨਾਮ ਰੱਖਿਆ ਸੀ ਅਜੀਤ ਸਿੰਘ। ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਤੇਰਾ ਨਾਮ ਵੀ ਅਜੀਤ ਸਿੰਘ ਰੱਖਿਆ ਹੈ। ਜੇ ਅੱਜ ਰਣ ਤੱਤੇ ਵਿੱਚ ਜਾ ਰਹੇ ਹੈ, ਪਰ ਕਹਿੰਦੇ ਰਣ ਤੱਤੇ ਦੇ ਵਿੱਚ ਕਹਿੰਦੇ ਤੂੰ ਜਾ ਕੇ ਸ਼ਹੀਦੀ ਸ਼ਹਾਦਤ ਤਾਂ ਪ੍ਰਾਪਤ ਕਰ ਜੀ, ਪਰ ਕਹਿੰਦੇ ਹਾਰ ਖਾ ਕੇ ਮੈਨੂੰ ਮੂੰਹ ਨਾ ਵਿਖਾਈ ਤੇ ਮੈਂ ਉਸ ਸਮੇਂ ਦੀ ਉਸ ਟਾਈਮ ਦੀ ਉਡੀਕ ਕਰਾਂਗਾ। ਕਹਿੰਦੇ ਜਦੋਂ ਤੇਰੀ ਛਾਤੀ ਦੇ ਉੱਪਰ ਤੀਰ ਵੱਜਣ ਉਹ ਸਮਾਂ ਮੈਂ ਦੇਖਣਾ, ਜੇ ਤੂੰ ਫੱਟ ਖਾਣੇ ਵੀ ਨੇ ਤਾਂ ਪਿੱਠ ਦਿਖਾ ਕੇ ਨਹੀਂ ਉਥੋਂ ਭੱਜਣਾ। ਜੌਹਰੇ ਤੇਗ ਵਾਲੇ ਨੇ ਵਿਦਵਾਨ ਨੇ ਇਹ ਗੱਲ ਲਿਖੀ ਹੈ, ਕਹਿੰਦੇ ਬਾਬਾ ਅਜੀਤ ਸਿੰਘ ਜੀ, ਅਜੀਤ ਸਿੰਘ ਕਰ ਅਰਦਾਸਾ, ਕਹਿੰਦੇ ਪਿਤਾ ਜੀ ਦੇਖੀਏ ਆਜ ਤਮਾਸ਼ਾ, ਜੰਗ ਨੂੰ ਵੀ ਜਾਂਦੇ ਨੇ ਤੇ ਅਰਦਾਸ ਕਰਕੇ ਜਾਂਦੇ ਨੇ। ਜਿਹੜੇ ਲੋਕ ਅੱਜ ਅਰਦਾਸਾਂ ਤੇ ਕਿੰਤੂ ਪਰੰਤੂ ਕਰਦੇ ਨੇ, ਉਹ ਗੁਰੂ ਦੇ ਪੁੱਤਰਾਂ ਨੇ ਤਾਂ ਜੇ ਸ਼ਹੀਦੀ ਵੀ ਪਾਉਣੀ ਹੈ ਤਾਂ ਵੀ ਅਰਦਾਸ ਕਰਕੇ ਜਾਂਦੇ ਨੇ। ਅਰਦਾਸ ਵਿੱਚ ਬੜੀ ਤਾਕਤ ਹੈ, ਅਰਦਾਸ ਵਿੱਚ ਬੜਾ ਬਲ ਹੈ, ਬੜੀ ਸਮਰੱਥਾ ਹੈ, ਪਰ ਜੇ ਕਹਿੰਦੇ ਸਾਨੂੰ ਕਰਨੀ ਆ ਜੇ, ਕਹਿੰਦਾ ਸਤਿਗੁਰੂ ਜੀ ਅਜੀਤ ਸਿੰਘ ਕਰ ਅਰਦਾਸਾ, ਪਿਤਾ ਜੀ ਦੇਖੀਏ ਆਜ ਤਮਾਸ਼ਾ। ਸਤਿਗੁਰੂ ਜੀ ਵੇਖਿਓ ਰਣ ਤੱਤੇ ਵਿੱਚ ਤੁਹਾਡਾ ਅਜੀਤ ਕਿਵੇਂ ਜੂਝਦਾ ਹੈ। ਤੇ ਜੌਹਰੇ ਤੇਗ ਵਾਲਾ ਲਿਖਦਾ ਹੈ, ਕਹਿੰਦੇ ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ ਨਾਮ ਕਾ ਅਜੀਤ ਹੂੰ, जीता नहीं जाऊंगा, जीता तो वापस जीता नहीं आऊंगा। मेरा नाम अजीत सिंह तुसी रखे है, पौंटा भंगाणी दा तुसी जंग जित्तिया सी ते अज मैं जे रण तत्ते विच जा रहा, मैं रण तत्ते विच शहीदी तां पा जूंगा, पर कहंदे मैं जीता नहीं आऊंगा। जे मैनूं जित्तण दी भी कोशिश करनगे पर मैं भज के तुहाडे वल नहीं आउणा, मैं रण तत्ते दे विच पुरजा पुरजा हो के कट मरांगा। इतिहास कहंदे बाबा अजीत सिंह दे नाल इत्थे कहंदे 8 ਸਿੰਘਾਂ ਦਾ ਜਥਾ ਗਿਆ है, ਪਹਿਲਾਂ 5 ਸਿੰਘਾਂ ਦਾ, कई विद्वानां ने 8-8 ਸਿੰਘਾਂ ਦਾ भी जथा आखे है। जदों कहंदे रण तत्ते विच गए बाबा
इधरों कोठा सिंह जी ते बाबा मदन सिंह जी दोवें भरा जदों उन्हां नूं पता लग्या ना ते वो हाथ जोड़ के कहंदे दरवाजा उन्होंने खोलिया नहीं, कुछ समा कहंदे उन्होंने दरवाजा बंद ही रखिया ते हाथ जोड़ के बाबा अजीत सिंह ते कलगीधर दशमेश पिता नूं कहंदे सतगुरु अपने पुत्रां नूं तोड़ रहे हो, असीं कादे वास्ते हाँ। सतगुरु जी कहण लगे तुसीं भी ते मेरे पुत्र हो। ਜਿਹੜੇ बचन बाणी विच लिखे ना, जो दिसै गुर सिखड़ा तिस निव निव लागों पाए जियो, गुर सिखा एको प्यार गुर मित्तां पुत्तां भाइयां। गुरु ने पुत्रां दे विच ते गुरु ने पुत्रां दे विच ते सिखां दे विच कोई फर्क नहीं जाणिया। इतिहास कहंदे दरवाजा खोलिया, उच्ची दिने जकारे छड्डे ने। सूबा सरहंद वजीद खां कहंदा ए गुरु गोबिंद सिंह दा वड्डा पुत्र अजीत सिंह आ रहा है, वेख्यो कहंदे लोहड़े दा कमाल दा सूरबीर योद्धा है, बच के रहो अपना आप भी बचायो। पर कहंदे ए इथों अज बच के ना जावे। कहंदे रण तत्ते विच गए जाके भाजड़ा पा दित्तियां, सारियां नूं एक दफा ते कहंदे परे कर दिता। बाबा अजीत सिंह जी लड़दे पए ने, तलवार दे नाल लड़दे पए ने, शमशीर दे नाल बेअंत पठाणा दे सिर आहू ला दिते। फिर जदों नेजा कहंदे बाबा अजीत सिंह जी ने एक पठान की छाती विच मारिया, ਉਹਦੇ जो छाती के उपर इंज कह लो संजो पाई सी ਉਹਦੇ विच अड़ गया ते ਉਹ नेजा टुट गया, हथ विच केवल डंडा आ गया। उस तो बाद बाबा अजीत सिंह ने तलवार धोई। अखीर कहंदे सारियां ने आके बाबा अजीत सिंह जी नूं घेरा पा लिया ते बाबा अजीत सिंह जी के तन के उपर तीरां की बुछाड़ कर दी। डिगदे डिगदे गुरु कलगीधर दशमेश पिता इधर चमकौर साहब चमकौर की गढ़ी ममटी के उपर सतगुरु जी खलोते ने ते इधरों बाबा अजीत सिंह जी डिगदे डिगदे अपने पिता वाल मूँह किया ते उच्ची दिने जकारा छड्डिया, सूरा सो पहचानिया जो लरै दीन के हेत, पुरजा पुरजा कट मरै कबू ना छाड़ै खेत। उन्हां बचनां नूं अपने तन पिंडे ते हंडा के प्रैक्टिकल रूप दे विच इतिहास सामने दोहरा दिता। इतिहास काफ़ी लंबा है, मैं बेनती करा। उस तो उपरंत फिर बाबा जुझार सिंह जी सतगुरां दे चरनां दे विच आके वो बेनती करते हैं। वो भी पिता जी तो असीस लैके आग्ञा लैके कलगीधर दशमेश पिता ने आख्या जुझार सिंह अज तू जा रहे हैं रण तत्ते दे विच मैदाने जंग दे विच, पर कहंदे तेरे इतिहास तो आने वाले समय विच इतिहास ये बनेगा जदों भी कौम नूं सिरां दी लोड़ पएगी ते उस वक्त तेरी उम्र दे नौजवान योधे कहंदे अपनी कौम दे वास्ते अपना आप कुर्बान करन दे लई किसी नूं कहण दी लोड़ नहीं पैनी, वो अपने आप ही रण तत्ते विच जूझिया करनगे। बाबा अजीत सिंह जी की शहादत हुई है, बाबा जुझार सिंह जी रण तत्ते विच जाके शहीदी प्राप्त करते हैं। फिर इत्थों जिहड़ा अगला प्रसंग है आने वाले समय दे विच आपां बेनती करांगे। अज तुसीं साका चमकौर साहिब जी दे समूहक शहीदां दी याद विच जुड़े हो ते जिहड़े बचन मेरे गुरु अर्जन देव महाराज जी ने बाणी विच कहे ने, पोख तुखार ना व्यापी कंठ मिलिया हर नाउ, जिन्हां दे हिरदे विच गुरु दा शब्द वसदा है उन्हां नूं बाहर दी ठंड भी उन्हां दा कोई विगाड़ नहीं सकदी। मन बेदिया चरनार बिंद दर्शन लगड़ा साहो, मन बेदिया जिन्हां दा मन चरनार बिंद गुरु दे शब्द विच जिन्हां दा मन जुड़ जाता है, जिन्हां दा मन गुरु दे शब्द विच लग गया, दर्शन लगड़ा छाओ उन्हां दे हिरदे विच गुरु दे दर्शनां दी इच्छा है। ओट गोबिंद गोपाल राय सेवा स्वामी लाहो, भाव जिन्हां ने अपने मालिक दी वाहिगुरु दी परमेश्वर दी ओट आसरा लिया जिन्हां ने ते ओ मनुखा जन्म दा लाहा लै लैंदे ने, गुरु दी सेवा दा लाहा लै लैंदे ने। विखिया पोहे ना सकई मिल साधु गुण गाहो, ओनू विषे विकार पो नहीं सकते। मिल साधु गुरु नू मिल के अपने मालिक दे ओ गुण गाउंदे ने। जह ते उपजी तह मिली सच्ची प्रीत समाहो, जिथों फिर ये जीव जिथों ये पैदा होया ये सुरत फिर उसे मालिक दे विच ही समा जाती है। कर गए लीनी पार ब्रह्म बहुड़ ना विछड़ी आहो, कर गए दे अर्थ ने अपने गुरु दे शब्द का जेड़े पल्ला पकड़ लेंदे ने, वो पार ब्रह्म जी का उरार ते पार नहीं, बहुड़ ना विछड़ी आहो। उस जीव रूप इस्त्री का फिर कदी विछोड़ा नहीं। बार जाओ लख बेरिया हर सज्जन अगम अगाहो, मैं उन्हां तो बार बार जीव रूप इस्त्रियां तो कुर्बान जाना
ਜਿਹੜੇ ਆਪਣੇ ਮਾਲਕ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ। ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ, ਕਹਿੰਦੇ ਉਸ ਮਾਲਕ ਦੀ ਸ਼ਰਨ ਵਿੱਚ ਆ ਗਈਆਂ। ਉਹ ਨਾਰਾਇਣ ਜਿਹੜਾ ਨਰਾਂ ਦਾ ਉਧਾਰ ਕਰਨ ਵਾਲਾ ਹੈ। ਭੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹੋ। ਸਤਿਗੁਰੂ ਜੀ ਅਖੀਰ ਵਿੱਚ ਕਹਿੰਦੇ ਪੋਹ ਦਾ ਮਹੀਨਾ ਉਹਨਾਂ ਜੀਵ ਰੂਪ ਇਸਤਰੀਆਂ ਦੇ ਵਾਸਤੇ ਬੜਾ ਸੁਹਾਵਣਾ ਹੈ, ਬੜਾ ਸੁਖੀ ਹੈ, ਜਿਹੜੇ ਆਪਣੇ ਬੇਪਰਵਾਹ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ। ਜਿਨ੍ਹਾਂ ਸੰਗਤਾਂ ਨੇ ਜੋ ਹਫ਼ਤਾਵਾਰੀ ਦੀਵਾਨ ਸਾਕਾ ਚਮਕੌਰ ਸਾਹਿਬ ਜੀ ਦਾ ਇਹ ਮਹਾਨ ਸ਼ਹੀਦੀ ਦਿਹਾੜਾ ਆਪਾਂ ਮਨਾਇਆ ਹੈ, ਸਤਿਗੁਰੂ ਜੀ ਆਪ ਸਮੁੱਚੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨ। ਤਿੰਨੋਂ ਦਿਨ ਸਾਰੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਆਪਣਾ ਯਥਾਯੋਗ ਯੋਗਦਾਨ ਸੇਵਾਵਾਂ ਦੇ ਵਿੱਚ ਪਾਉਣਾ ਕੀਤਾ। ਬੀਬੀਆਂ ਭੈਣਾਂ ਨੇ ਸਭ ਨੇ, ਸਤਿਗੁਰੂ ਜੀ ਸਭ ਦੀਆਂ ਸੇਵਾਵਾਂ ਪਿਟਾਵਾਂ ਪ੍ਰਵਾਨ ਕਰਨ। ਬਸ ਤਕਰੀਬਨ ਮੇਰੇ ਖਿਆਲ 'ਚ 10 ਕੁ ਮਿੰਟ ਹੀ ਹੋਰ ਲੱਗਣੇ ਹਨ। ਆਪਾਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ। ਸ਼ਹੀਦਾਂ ਨੂੰ ਆਪਾਂ ਉਹਨਾਂ ਦੀ ਯਾਦ ਵਿੱਚ ਆਪਾਂ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੂੰ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੂੰ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ, ਘਰ ਤਾਂ ਤੇਰਾ ਸਭ ਗਜੈ। ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ। ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ